ਮੇਰਾ ਸਭ ਕੁਝ ਹੋ ਗਿਆ ਸੀ, ਮੈਡੀਕਲ ਹੋ ਗਿਆ ਸੀ, ਮੇਰਾ ਆਫਰ ਲੈਟਰ ਆ ਗਿਆ ਸੀਗਾ, ਸਭ ਕੁਝ ਹੋ ਗਿਆ ਸੀ। ਜਦੋਂ ਫਿਰ ਉਸ ਤੋਂ ਬਾਅਦ ਮੈਂ ਇਸ ਕਰਕੇ ਕੈਂਸਲ ਕਰਤਾ। ਮੈਨੂੰ ਪਾਪਾ ਨੇ ਬਹਿ ਕੇ ਸਮਝਾਇਆ ਕਿ ਬੇਟੇ ਆਪਾਂ ਜੇ ਇੱਥੇ ਵੀ ਕੁਝ ਕਰੀਏ ਤਾਂ ਸਭ ਕੁਝ ਹੈਗਾ, ਮਿਹਨਤ ਨਾਲ ਸਭ ਕੁਝ ਹੈ। ਦੇਖੋ ਜਿਵੇਂ ਮੈਂ ਘਰੇ ਬੈਠਣਾ ਤਾਂ ਕਹਿ ਦੇਣਾ ਪੁੱਤ ਚੱਲੀਏ ਖੇਤ ਨੂੰ, ਮੈਂ ਵੀ ਭੱਜ ਕੇ ਜਾਣਾ ਵੀ ਨਹੀਂ ਖੇਤ ਜਾਣਾ ਹੈਗਾ। ਕਸਮ ਨਾਲ ਮੈਂ ਗੁਰਦੁਆਰੇ ਸੁੱਖ ਸੁੱਖੀ ਦੀ ਵੀ ਮੇਰੇ ਇੱਕ ਬੇਟੀ ਹੋ ਜੇ, ਵੀ ਹੋਵੇ ਵੀ ਤਾਂ ਮੁੰਡੇ ਵਰਗੀ ਹੀ ਹੋਵੇ। ਨਾਲ ਹੱਸੀ ਖੇਡੀ ਜਾਣਾ, ਨਾਲ ਖਾਣਾ ਰੋਟੀ ਪਾਣੀ। ਤੇ ਬੜਾ ਹੁੰਦਾ ਕਿ ਯਾਰ ਵੀ ਜੇ ਮੈਂ ਬਾਹਰ ਚੱਲ ਜਾਂਦੀ ਤਾਂ ਮੈਂ ਇਹ ਕਿੱਥੋਂ ਇੰਜੋਏ ਕਰਨਾ ਸੀਗਾ ਸਭ ਕੁਝ, ਕਿਉਂਕਿ ਜੱਟਾਂ ਦੇ ਜਵਾਕਾਂ ਦਾ ਤਾਂ ਇਹੀ ਖੁਸ਼ੀ ਹੁੰਦੀ ਆ। ਦੇਖੋ ਜ਼ਾਲਮ ਕਹਿਣ ਬਲਾਵਾਂ ਹੁੰਦੀਆਂ ਨੇ, ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ ਨੇ, ਕਰਜ਼ ਇਹਨਾਂ ਦਾ ਕੌਣ ਉਤਾਰੇ, ਇਹ ਤਾਂ ਰੱਬ ਤੋਂ ਵੱਡੀਆਂ ਮਾਵਾਂ ਹੁੰਦੀਆਂ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਮਨਦੀਪ ਕੌਰ ਸੰਧੂ। ਅੱਜ ਅਸੀਂ ਪਹੁੰਚੇ ਹੋਏ ਹਾਂ ਸੰਗਰੂਰ ਦੇ ਪਿੰਡ ਕਨੋਈ ਵਿਖੇ, ਜਿੱਥੇ ਅੱਜ ਅਸੀਂ ਇੱਕ ਖੇਤਾਂ ਦੀ ਧੀ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ, ਕਿਉਂਕਿ ਅਸੀਂ ਟਰੈਕਟਰ ਤੇ ਇਸ ਲਈ ਮੈਂ ਬੈਠੀ ਹੋਈ ਹਾਂ ਤੇ ਇਹ ਸਾਡੇ ਨਾਲ ਅੱਜ ਅਮਨਦੀਪ ਕੌਰ ਨੇ, ਜੋ ਕਿ ਪਿਛਲੇ 3 ਸਾਲ ਤੋਂ ਆਪਣੇ ਬਾਪ ਦੇ ਨਾਲ ਖੇਤਾਂ ਦੇ ਵਿੱਚ ਮਿੱਟੀ ਦੇ ਨਾਲ ਮਿੱਟੀ ਹੋ ਕੇ ਕੰਮ ਕਰਦੀ ਹੈ ਤੇ ਖੇਤਾਂ ਦੀ ਧੀ ਨਾਲ ਤਾਂ ਟਰੈਕਟਰ ਚਲਾਉਂਦੀ ਹੈ ਤੇ ਨਾਲ ਦੀ ਨਾਲ 37 ਕਿੱਲੇ ਦੇ ਕਰੀਬ ਜਿਹੜੀ ਜ਼ਮੀਨ ਵੀ ਵਾਹੁੰਦੀ ਹੈ। ਪੜ੍ਹੀ ਲਿਖੀ ਬਹੁਤ ਹੈ, ਕੈਨੇਡਾ ਦੀ ਪੜ੍ਹਾਈ ਨੂੰ ਵੀ ਠੁਕਰਾ ਦਿੱਤਾ ਹੈ, ਕੈਨੇਡਾ ਜਾਣ ਦੀ ਤਰਜੀਹ ਨਹੀਂ ਦਿੱਤੀ। ਹਾਲਾਂਕਿ ਆਇਲਟਸ ਵੀ ਕੀਤਾ ਹੋਇਆ ਸੀ, ਬੈਂਡ ਵੀ ਆਏ ਸੀ ਤੇ ਕੈਨੇਡਾ ਜਾਣਾ ਵੀ ਸੀ, ਪਰ ਕਿਉਂ ਨਹੀਂ ਗਈ, ਇਹ ਗੱਲਾਂ ਬਾਤਾਂ ਦਾ ਸਿਲਸਿਲਾ ਅਸੀਂ ਜ਼ਰੂਰ ਕਰਾਂਗੇ। ਪਹਿਲਾਂ ਅਸੀਂ ਅਮਨਦੀਪ ਦਾ ਸਵਾਗਤ ਕਰ ਲੈਂਦੇ ਹਾਂ। ਅਮਨ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਮਨ, ਆਪਾਂ ਗੱਲਾਂ ਤਾਂ ਤੁਹਾਡੇ ਨਾਲ ਢੇਰ ਸਾਰੀਆਂ ਕਰਨੀਆਂ ਨੇ, ਪਰ ਪਹਿਲਾਂ ਆਪਾਂ ਇੱਕ ਖੇਤਾਂ ਦਾ ਗੇੜਾ ਲਾ ਕੇ ਜ਼ਰੂਰ ਆਉਂਦੇ ਹਾਂ। ਜੀ ਬਿਲਕੁਲ ਜੀ, ਅਸੀਂ ਇੱਕ ਵਾਰੀ ਖੇਤ ਦਾ ਜਿਹੜਾ ਗੇੜਾ ਲਗਾ ਕੇ ਆਉਣੇ ਤੇ ਉਸ ਤੋਂ ਬਾਅਦ ਅਸੀਂ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਸੋ ਖੇਤਾਂ ਦਾ ਗੇੜਾ ਲਗਾ ਕੇ ਅਸੀਂ ਇੱਥੇ ਬੈਠ ਗਏ ਹਾਂ ਤੇ ਮੋਟਰ ਤੇ ਹੀ ਬੈਠੇ ਹੋਏ ਹਾਂ, ਠੰਡੀ ਠੰਡੀ ਹਵਾ ਵੀ ਚੱਲ ਰਹੀ ਹੈ ਤੇ ਆਲੇ ਦੁਆਲੇ ਜਿਹੜਾ ਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਤੇ ਹੁਣ ਝੋਨਾ ਲੱਗਣਾ ਵੀ ਜਿਹੜਾ ਸ਼ੁਰੂ ਹੋ ਜਾਵੇਗਾ। ਤੇ ਅਮਨਦੀਪ ਹੁਣੇ ਕੱਦੂ ਕਰ ਰਹੇ ਸੀ ਜਦੋਂ ਅਸੀਂ ਇੱਥੇ ਪਹੁੰਚੇ ਸੀ। ਸੋ ਅਮਨ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਤੁਸੀਂ ਬੜੇ ਹੌਸਲੇ ਵਾਲੇ ਹੋ, ਇੱਕ ਟਰੈਕਟਰ ਚਲਾਉਣਾ ਕੋਈ ਕੁੜੀ ਦੇ ਵਾਸਤੇ ਬੜਾ ਔਖਾ ਹੋ ਜਾਂਦਾ ਹੈ ਨਾ। ਸੋ ਸਭ ਤੋਂ ਪਹਿਲਾ ਸਵਾਲ ਕਿ ਟਰੈਕਟਰ ਚਲਾਉਣਾ ਸਿੱਖਿਆ ਕਿਵੇਂ? ਛੋਟੇ ਹੁੰਦੇ ਦੀ ਮੈਮ ਮੈਨੂੰ ਸ਼ੌਂਕ ਸੀਗਾ, ਜਿਵੇਂ ਪਾਪਾ ਨਾਲ ਖੇਤਾਂ ਵਿੱਚ ਚਲੇ ਜਾਣਾ, ਕੋਈ ਕੰਮ ਮਤਲਬ ਕੋਈ ਹੋਰ ਪਿੰਡ ਘਰ ਦਾ ਕੰਮ ਕਰਨਾ। ਤੇ ਫਿਰ ਹੌਲੀ ਹੌਲੀ ਡੈਡੀ ਨੇ ਸਿਖਾਇਆ, ਜਿਵੇਂ ਖੁੱਲੇ ਵਾਹਨ 'ਚ ਫੜਾ ਦੇਣਾ ਵੀ ਐਵੇਂ ਐਵੇਂ ਥੋੜਾ ਆਪ ਨਾਲ ਬਹਿ ਜਾਣਾ। ਫਿਰ ਇਕੱਲੇ ਨੂੰ ਥੋੜਾ ਜਿਹਾ ਦੱਸਦਾ ਵੀ ਐਵੇਂ ਦੱਸਦਾ ਵੀ ਐਦਾਂ ਗੇਅਰ ਪੈਣੇ ਆ, ਐਦਾਂ ਐਵੇਂ ਕਰਨਾ। ਫਿਰ ਉੱਥੋਂ ਹੌਲੀ ਹੌਲੀ ਮੈਨੂੰ ਪਾਪਾ ਨੇ ਸਿਖਾਏ ਗਏ, ਬਾਕੀ ਫਿਰ ਅੱਗੇ ਤੋਂ ਅੱਗੇ ਸਿੱਖੀ ਗਈ ਮੈਂ। ਵੈਸੇ ਕੁੜੀਆਂ ਦੇ ਸ਼ੌਂਕ ਬੜੇ ਵੱਖਰੇ ਹੁੰਦੇ ਨੇ, ਕੋਈ ਕਿਸੇ ਫੀਲਡ 'ਚ ਜਾਣਾ ਚਾਹੁੰਦੀ ਹੈ, ਕੋਈ ਕਿਸੇ ਫੀਲਡ 'ਚ, ਪਰ ਤੁਸੀਂ ਖੇਤੀ ਨੂੰ ਹੀ ਕਿਉਂ ਚੁਣਿਆ? ਖੇਤੀ ਨੂੰ ਮੈਮ ਦੇਖੋ, ਅਗਰ ਆਪਾਂ ਮਿਹਨਤ ਕਰੀਏ ਸਭ ਕੁਝ ਹੈਗਾ ਖੇਤੀ ਦੇ ਵਿੱਚ ਵੀ, ਆਪਾਂ ਸਭ ਕੁਝ ਕੱਢ ਸਕਦੇ ਆਂਗੇ, ਮਿਹਨਤ ਹੈਗੀ। ਬਾਕੀ ਹੁਣ ਪਿੱਛੇ ਸਾਡੀ ਹੈ ਨਾ ਆਪਣੀ ਠੇਕੇ ਤੇ ਲੈਂਦੇ ਅਸੀਂ ਕੁਝ ਸਾਡੀ ਘਰ ਦੀ ਹੈਗੀ, ਉਹ ਕੀ ਇਹਨਾਂ ਨੇ ਇਕੱਲੇ ਪਾਪਾ ਦਾ ਸਾਂਭ ਨਹੀਂ ਸੀ ਸਕਦੇ। ਫਿਰ ਮੈਂ ਸੋਚਿਆ ਕਿ ਕਿਉਂ ਨਾ ਖੇਤੀ ਵਿੱਚ ਹੀ, ਕਿਉਂ ਮੈਂ ਕੁਝ ਮੇਰਾ ਸ਼ੁਰੂ ਤੋਂ ਹੀ ਸ਼ੌਂਕ ਰਿਹਾ ਹੈਗਾ ਖੇਤੀ 'ਚ, ਤਾਂ ਕਰਕੇ ਮੈਂ ਖੇਤੀ ਨੂੰ ਜ਼ਿਆਦਾ ਪ੍ਰੈਫਰ ਕਰਦੀ ਆਂਗੀ। ਸੋ ਗੱਲ ਕਰਦੇ ਹਾਂ ਕਿ ਸੁਣਨ ਦੇ ਵਿੱਚ ਆਇਆ ਸੀ ਕਿ ਕੈਨੇਡਾ ਵੀ ਜਾਣਾ ਚਾਹੁੰਦੇ ਸੀ ਤੁਸੀਂ, ਹੈ ਨਾ, ਤੇ ਤੁਹਾਡੇ ਫਾਦਰ ਸਾਹਿਬ ਨੇ ਪੂਰੀ ਪੜ੍ਹਾਈ ਦੀ ਫੀਸ ਵੀ ਭਰਤੀ ਸੀ, ਤੁਹਾਡੇ ਬੈਂਡ ਵੀ ਆਏ ਹੋਏ ਸੀ, ਪਰ ਉੱਥੇ ਜਾਣ ਦਾ ਜਿਹੜਾ ਰਾਹ ਕਿਉਂ ਛੱਡ ਦਿੱਤਾ? +2 ਤੋਂ ਬਾਅਦ ਜਦੋਂ ਮੈਂ ਆਈਲੈਟਸ ਕੀਤੀ, ਸਕੋਰ ਆ ਗਏ ਮੇਰੇ ਜਦੋਂ, ਤੇ ਉਸ ਤੋਂ ਬਾਅਦ ਫਿਰ ਮੇਰਾ ਸਭ ਕੁਝ ਹੋ ਗਿਆ ਸੀ, ਮੈਡੀਕਲ ਹੋ ਗਿਆ ਸੀ, ਮੇਰਾ ਆਫਰ ਲੈਟਰ ਆ ਗਿਆ ਸੀਗਾ, ਸਭ ਕੁਝ ਹੋ ਗਿਆ ਸੀ। ਜਦੋਂ ਫਿਰ ਉਸ ਤੋਂ ਬਾਅਦ ਮੈਂ ਇਸ ਕਰਕੇ ਕੈਂਸਲ ਕਰਤਾ। ਮੈਨੂੰ ਪਾਪਾ ਨੇ ਬਹਿ ਕੇ ਸਮਝਾਇਆ ਕਿ ਬੇਟੇ ਆਪਾਂ ਜੇ ਇੱਥੇ ਵੀ ਕੁਝ ਕਰੀਏ ਤਾਂ ਸਭ ਕੁਝ ਹੈਗਾ, ਮਿਹਨਤ ਨਾਲ ਸਭ ਕੁਝ ਹੈ। ਦੇਖੋ ਤੇ ਉਸ ਤੋਂ ਬਾਅਦ ਫਿਰ ਮੈਂ ਇੱਥੇ ਹੀ ਰਹਿ ਕੇ ਮੈਂ ਕਿਹਾ ਚਲੋ ਇੱਥੇ ਹੀ ਦੇਖ ਲੈਂਦੇ ਹਾਂ ਨਾ, ਟਰਾਈ ਕਰਕੇ ਇੱਕ ਵਾਰ। ਫਿਰ ਮੈਂ ਇੱਥੇ ਮਿਹਨਤ ਕਰਕੇ ਕਿਉਂ ਨਾ ਕੁਝ ਬਣ ਜਾਈਏ। ਨਾਲੇ ਆਪਣੇ ਪੰਜਾਬ ਦੇ ਤਾਂ ਵੈਸੇ ਅੱਜ ਕੱਲ੍ਹ ਬਹੁਤ ਬਾਹਰ ਜਾ ਰਹੇ ਨੇ ਬੱਚੇ, ਉਹਨਾਂ ਨੂੰ ਵੀ ਇੱਕ ਸੁਨੇਹਾ ਹੈਗਾ ਵੀ ਕਿ ਉਹ ਵੀ ਇੱਥੇ ਹੀ ਰਹਿ ਕੇ ਕੁਛ ਨਾ ਕੁਛ ਕਰਨ। ਉਦੋਂ ਤੋਂ ਹੀ ਮੈਨੂੰ ਹੋਇਆ ਕਿ ਮੈਂ ਇੱਥੇ ਹੀ ਰਹਿ ਕੇ ਕੁਛ ਨਾ ਕੁਛ ਕਰਨਾ। ਤੇ ਹੁਣ ਤੁਸੀਂ ਪੜ੍ਹਾਈ ਵੀ ਕਰ ਰਹੇ ਹੋ ਨਾਲ ਨਾਲ? ਹਾਂਜੀ ਮੈਮ, ਮੈਂ ਵੋਕੇਸ਼ਨਲ ਫੂਡ ਪ੍ਰੋਸੈਸਿੰਗ ਦਾ ਕੋਰਸ ਕਰ ਰਹੀ ਹਾਂਗੀ ਪਟਿਆਲੇ ਖਾਲਸਾ ਕਾਲਜ 'ਚ। ਓਕੇ, ਤੇ ਜਦੋਂ ਜਿਹੜੇ ਨਾਲ ਦੀਆਂ ਤੁਹਾਡੀਆਂ ਸਹੇਲੀਆਂ ਹੋਣਗੀਆਂ, ਉਹਨਾਂ ਜਦੋਂ ਤੁਸੀਂ ਆਇਲਟਸ ਕਰਦੇ ਸੀਗੇ ਤਾਂ ਉਹ ਤਾਂ ਚਲ ਗਏ ਹੋਣੇ ਬਾਹਰ? ਹਾਂਜੀ ਮੈਮ, ਆਲਮੋਸਟ ਸਾਰੇ ਚਲੇ ਗਏ,
ਤੇ ਹੁਣ ਜਾ ਕੇ ਕਈ ਪਛਤਾਉਂਦੇ ਵੀ ਨੇ ਵੀ ਅਸੀਂ ਇੱਥੇ ਐਵੇਂ ਆਏ, ਕਿਉਂਕਿ ਉੱਥੇ ਕਈ ਵਾਰ ਕੰਮ ਨਹੀਂ ਮਿਲਦਾ ਹੈਗਾ, ਜੀ ਨਹੀਂ ਲੱਗਦਾ ਹਨਾ ਘਰਦਿਆਂ ਤੋਂ ਬਿਨਾਂ ਹੈਗਾ। ਇੱਥੇ ਬੱਚੇ ਇੱਥੇ ਉਧਰ ਬਾਹਰ ਬੈਠੇ ਬੱਚੇ ਬਿਲਕੀ ਜਾਂਦੇ ਨੇ, ਇੱਥੇ ਘਰ ਦੇ ਕੋਈ ਮਿਸ ਹੈਪਨਿੰਗ ਹੋ ਜਾਵੇ ਫਿਰ ਬੰਦੇ ਨੂੰ ਹਨਾ ਪ੍ਰੋਬਲਮਸ ਹੁੰਦੀਆਂ ਨੇ। ਹੁਣ ਲੋਕਡਾਊਨ ਕਰਕੇ ਦੇਖ ਲਓ ਕਿੰਨਾ ਆ ਰਿਹਾ। ਫਿਰ ਮੈਂ ਸੋਚਿਆ ਕਿ ਮੈਂ ਵਧੀਆ ਡਿਸੀਜਨ ਲੈਤਾ ਕਿ ਨਾ ਜਾਣ ਦਾ। ਹਾਂਜੀ ਹਾਂ ਬਿਲਕੁਲ, ਕਿਉਂਕਿ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਅੱਜ ਦਾ ਜਿਹੜਾ ਦੌਰ ਆ, ਇਸ ਦੌਰ ਦੇ ਵਿੱਚ ਕੱਲੀਆਂ ਕੁੜੀਆਂ ਨੇ, ਮੁੰਡੇ ਵੀ ਭੱਜੋ ਭਜਾਈ ਜਿਹੜੀ ਹੁੰਦੀ ਹੈ ਬਾਹਰ ਹੀ ਜਾਣਾ ਪ੍ਰੈਫਰ ਕਰਦੇ ਨੇ। ਸਾਰੇ ਕਹਿੰਦੇ ਕਿ ਬਸ ਕਿਸੇ ਵੀ ਤਰੀਕੇ, ਭਾਵੇਂ 2 ਨੰਬਰ 'ਚ, ਭਾਵੇਂ ਕਿਸੇ ਤਰੀਕੇ ਸਾਨੂੰ ਕੋਈ ਬਾਹਰ ਲੈ ਜਾਏ। ਲੱਖਾਂ ਨਹੀਂ ਕਰੋੜਾਂ ਰੁਪਏ ਦੇਣ ਵੀ ਏਜੰਟਾਂ ਨੂੰ ਜਿਹੜਾ ਤਿਆਰ ਹੋ ਜਾਂਦੇ ਨੇ ਤੇ ਲੱਖਾਂ ਰੁਪਏ ਦੇ ਕੇ ਜਿਹੜਾ ਉਹ ਵਿਦੇਸ਼ਾਂ ਚਲੇ ਜਾਂਦੇ ਨੇ। ਪਰ ਉੱਥੋਂ ਦੇ ਹਾਲਾਤਾਂ ਦਾ ਜੇਕਰ ਜ਼ਿਕਰ ਕਰੀਏ ਤਾਂ ਬੜੀਆਂ ਵੀਡੀਓ ਵੀ ਸਾਹਮਣੇ ਆ ਰਹੀਆਂ ਨੇ, ਕਿਉਂਕਿ ਕੁੜੀਆਂ ਵੀ 2-4 ਹੁੰਦੀਆਂ ਨੇ, ਉੱਥੇ ਜਾ ਕੇ ਛੇਤੀ ਕੰਮ ਨਹੀਂ ਮਿਲਦਾ। ਮੁੰਡਿਆਂ ਨੂੰ ਵੀ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਉੱਥੇ ਸੰਘਰਸ਼ ਭਰੀ ਜ਼ਿੰਦਗੀ ਜਿਉਣੀ ਪੈਂਦੀ, ਨਾਲ ਪੜ੍ਹਾਈ ਕਰਨੀ ਪੈਂਦੀ ਹੈ, ਨਾਲ ਕੰਮ ਕਰਨਾ ਪੈਂਦਾ। ਪਰ ਫਰਕ ਕੀ ਦੇਖਦੇ ਹੋ ਕਿ ਉੱਥੋਂ ਤੇ ਇੱਥੋਂ 'ਚ ਕੀ ਫਰਕ ਤੁਹਾਨੂੰ ਲੱਗਦਾ ਆ? ਇੱਥੇ ਦੇਖੋ ਮੈਮ, ਆਪ ਇੱਕ ਤਾਂ ਆਪਣੀ ਸਰਦਾਰੀ ਹੈ ਜਿਹੜੀ ਮੇਨ ਹੈ ਤੇ ਉਸ ਤੋਂ ਬਾਅਦ ਕੀ ਕਹਿੰਦੇ ਨੇ, ਚਲੋ ਮੰਨਦੇ ਆ ਹਨਾ ਉੱਧਰ ਵੀ ਜਾ ਕੇ ਬੱਚਾ ਨਾਲ ਦੀ ਨਾਲ ਮਿਹਨਤ ਵੀ ਕਰਦਾ ਹੈਗਾ, ਨਾਲ ਆਪਣੀ ਪੜ੍ਹਾਈ ਵੀ ਕਰਦਾ ਹੈਗਾ। ਪਰ ਦੇਖਿਆ ਜਾਵੇ ਕਿ ਹਜੇ ਉਹ ਇਸ ਮੈਂਟਲੀ ਇੰਨਾ ਪ੍ਰਿਪੇਅਰ ਨਹੀਂ ਹੁੰਦਾ ਹੈਗਾ ਕਿ ਉਹਨੂੰ ਇੰਨਾ ਕੰਮ ਉਹ ਹੈਂਡਲ ਕਰ ਸਕੇ। ਹੁਣ ਤੇ ਉਹਨਾਂ ਤੇ ਬਾਕੀ ਕਰਜ਼ੇ ਦਾ ਵੀ, ਜਿਹੜੇ ਬੱਚੇ ਕਰਜ਼ਾ ਚੱਕ ਜਾਂਦੇ ਆ ਉਹਨਾਂ ਤੇ ਵੀ ਕਿੰਨਾ ਬੋਝ ਹੁੰਦਾ ਕਿ ਅਸੀਂ ਆਪਣਾ ਕਰਜ਼ਾ ਵੀ ਵਾਪਸ ਕਰਨਾ ਹੈਗਾ। ਤੇ ਇੱਥੇ ਆਪਾਂ ਹੌਲੀ ਹੌਲੀ ਆਪਣੀ ਸਟੱਡੀ ਕਰਕੇ ਆਪਾਂ ਜੌਬ ਵੀ ਦੇਖੋ ਕਰ ਸਕਦੇ ਆਂਗੇ, ਆਪਣੇ ਕੋਈ ਹੋਰ ਫੀਲਡ ਹੈ ਹੋਰ ਦੇ ਵਿੱਚ ਵੀ ਕੋਈ ਬਹੁਤ ਮਤਲਬ ਕਰ ਸਕਦੇ ਆਪਾਂ ਕੰਮ। ਸੋ ਇਹ ਥੋੜਾ ਜਿਹਾ ਡਿਫਰੈਂਸ ਹੈਗਾ ਆਪਣੇ ਬਾਹਰਲਿਆਂ ਦਾ ਤੇ ਇੱਥੇ ਦਾ। ਪਿਛਲੇ 3 ਸਾਲ ਤੋਂ ਤੁਸੀਂ ਖੇਤੀ ਕਰ ਰਹੇ ਹੋ ਨਾ? ਹਾਂਜੀ 3-4 ਤੇ ਸਾਲ ਤੋਂ। 3 ਸਾਲਾਂ ਤੋਂ ਖੇਤਾਂ ਦੇ ਵਿੱਚ ਆਉਂਦੇ ਹੋ, ਤੇ ਜਦੋਂ ਝੋਨੇ ਦੀ ਬਿਜਾਈ ਹੁੰਦੀ ਆ ਜਾਂ ਕਣਕ ਦੀ ਬਿਜਾਈ ਹੁੰਦੀ, ਉਦੋਂ ਆਉਂਦੇ ਆ ਕਿ ਵੈਸੇ ਵੀ ਖੇਤਾਂ 'ਚ ਗੇੜਾ ਵੱਜਦਾ ਰਹਿੰਦਾ? ਨਹੀਂ ਮੈਮ, ਮੈਂ ਖੇਤਾਂ 'ਚ ਹੀ ਰਹਿੰਦੀ ਹਾਂ ਜ਼ਿਆਦਾਤਰ ਤਾਂ। ਤੇ ਜਿਵੇਂ ਕਿ ਕੋਈ ਖਰਾ ਵੱਢਣਾ, ਕੋਈ ਸੰਨੀਆਂ ਰਲਾਉਣੀਆਂ ਨੇ ਘਰੇ, ਕੋਈ ਮੈਸਾਂ ਦਾ ਹੈਗਾ, ਮੈਸਾਂ ਚੋਣੀਆਂ ਨੇ, ਸਭ ਕੁਝ ਮੇਰੇ ਤੇ ਹੀ ਹੁੰਦਾ ਕਈ ਇਹ ਵਾਰ। ਸਾਰੇ ਮੁੰਡਿਆਂ ਵਾਲੇ ਸ਼ੌਂਕ ਰੱਖੇ ਤੁਸੀਂ? ਹਾਂਜੀ ਮੈਮ, ਕਿਉਂਕਿ ਫੈਮਿਲੀ ਹੈ, ਕਿਉਂਕਿ ਮੈਨੂੰ ਜਿੱਦਾਂ ਕਹਿੰਦੇ ਨਾ ਬੱਚੇ ਨੂੰ ਪਾਲ ਹੀ ਇਦਾਂ ਦਾ ਹੁੰਦਾ ਹੈਗਾ। ਕਿਉਂਕਿ ਜੱਟਾਂ ਦੇ ਜਵਾਕਾਂ ਨੂੰ ਸ਼ੁਰੂ ਤੋਂ ਅੱਜ ਕੱਲ੍ਹ ਦੇ ਦੇਖਿਆ ਜਾਵੇ ਕਿ ਨਹੀਂ ਕਰਦੇ ਹੈਗੇ, ਕੰਮ ਨਹੀਂ ਕਰਦੇ, ਇੰਨਾ ਘੱਟ ਕਰਦੇ ਹੈਗੇ, ਫੋਨਾਂ ਤੇ ਜ਼ਿਆਦਾ ਬੜੇ ਰਹਿੰਦੇ ਆ। ਪਰ ਮੈਨੂੰ ਥੋੜਾ ਜਿਹਾ ਸ਼ੁਰੂ ਤੋਂ ਹੀ ਰਿਹਾ ਹੈਗਾ, ਕੋਈ ਜਿਵੇਂ ਮੱਝਾਂ ਦਾ ਵੀ ਕਰਨਾ ਹੈਗਾ, ਸਭ ਕੁਝ ਦੇਖਣਾ ਵੀ ਕੱਲੀ, ਕਿਉਂਕਿ ਟਰੈਕਟਰ ਤਾਂ ਹੈ ਵੀ ਕੱਲੀ ਵੀ ਇੱਥੇ ਆ ਕੇ ਮੈਂ ਵੀ ਸ਼ੋਸ਼ੋਬਾਜੀ ਕਰੀ ਜਾਣੀ ਨਹੀਂ, ਕਿ ਮੈਂ ਉਹਦਾ ਘਰ ਦਾ ਕੰਮ ਵੀ ਕਰਦੀ ਹਾਂ। ਵੈਸੇ ਅਸੀਂ ਜਦੋਂ ਆਏ ਸੀਗੇ ਹਨਾ, ਐਂਟਰ ਕੀਤੇ ਸੀ ਖੇਤਾਂ ਦੇ ਵਿੱਚ, ਤੁਸੀਂ ਜਦੋਂ ਕੱਦੂ ਕਰ ਰਹੇ ਸੀ ਤੇ ਨਾਲ ਦੀ ਨਾਲ ਬੜੇ ਗਾਣੇ ਵੀ ਚੱਲ ਰਹੇ ਸੀ। ਗਾਣੇ ਵੀ ਪੁੱਤ ਸਰਦਾਰਾਂ ਦੇ ਕੁਝ ਗਾਣਾ ਏਦਾਂ ਮੈਂ ਸੁਣ ਰਹੀ, ਆਵਾਜ਼ ਆ ਰਹੀ ਸੀ ਦੂਰੋਂ। ਨਾਲ ਗਾਣਿਆਂ ਦੇ ਬੜੇ ਸ਼ੌਕੀਨ ਹੋ ਤੁਸੀਂ? ਮਤਲਬ ਮੈਂ ਪੁਰਾਣੇ ਗਾਣਿਆਂ ਦੇ ਮੈਂ ਜ਼ਿਆਦਾ, ਮਤਲਬ ਕੁਲਦੀਪ ਮਾਨਕ ਜੀ ਹੋ ਗਏ ਆਪਣੇ, ਹੋਰ ਪੁਰਾਣੇ ਗਾਣਿਆਂ ਦੇ ਸੁਣਨ ਤੇ ਥੋੜੇ ਜਿਹੇ ਉਹ ਰੱਖਦੇ ਆਂਗੇ। ਚਲੋ ਹਨਾ ਟਾਈਮ ਪਾਸ ਵੀ ਹੋ ਜਾਂਦਾ, ਨਾਲ ਕੰਮ ਵੀ ਕਰੀ ਜਾਂਦੇ ਆਂਗੇ। ਸੋ ਗੱਲ ਕਰਦੇ ਹਾਂ ਕਿ ਜਿੱਦਾਂ ਹੁਣ ਤੁਸੀਂ ਖੇਤੀ ਵੀ ਕਰ ਲੈਂਦੇ ਹੋ, ਘਰ ਦੇ ਕੰਮ ਵੀ ਮੰਮੀ ਨਾਲ ਕਰਾਉਂਦੇ ਹੋ ਹਨਾ। ਸੋ ਜਦੋਂ ਘਰ ਤੋਂ ਟਰੈਕਟਰ ਚਲਾ ਕੇ ਖੇਤਾਂ 'ਚ ਆਉਣਾ, ਕਿਉਂਕਿ ਵਾਇਆ ਤਾਂ ਪਿੰਡ ਦੇ ਵਿੱਚੋਂ ਹੀ ਨਿਕਲਣਾ ਹੁੰਦਾ ਹਨਾ। ਸੋ ਬਹੁਤ ਸਾਰੇ ਕਈ ਲੋਕ ਹੁੰਦੇ ਨੇ, ਉਹ ਗੱਲਾਂ ਵੀ ਕਰਦੇ ਹੁੰਦੇ ਨੇ, ਮਾਣ ਮਹਿਸੂਸ ਕਰਦੇ ਨੇ ਕਦੇ? ਇਹ ਵੀ ਕਹਿੰਦੇ ਨੇ ਕਿ ਬਈ ਕੁੜੀ ਕਿਹੜੇ ਕੰਮੀ ਲਾ ਲਈ ਇਹਨਾਂ ਨੇ, ਕਮ ਸੇ ਕਮ ਘਰ ਦੇ ਕੰਮ ਕਰੇ, ਕਿਉਂਕਿ ਅਕਸਰ ਕਈ ਲੋਕਾਂ ਦੀ ਸੋਚ ਇਹ ਹੁੰਦੀ ਆ। ਨਹੀਂ ਮੈਮ, ਦੇਖੋ ਮੈਂ ਪਹਿਲਾਂ ਤਾਂ ਘਰੇ ਵੀ ਕੰਮ ਕਰਵਾ ਕੇ ਆਉਣੀ ਆ ਮੰਮੀ ਨਾਲ ਹਨਾ, ਤੇ ਉਦੋਂ ਬਾਅਦ ਚ ਜਦੋਂ ਮੈਂ ਖੇਤਾਂ 'ਚ ਆਉਣੀ, ਕੋਈ ਮੈਨੂੰ ਐਵੇਂ ਨਹੀਂ ਰੋਕਦਾ। ਜਿਵੇਂ ਮਤਲਬ ਮੈਂ ਮੇਨ ਸੜਕ ਤੇ ਆਉਣਾ, ਕਈ ਮੈਨੂੰ ਐਵੇਂ ਜਿਵੇਂ ਕੋਈ ਲੰਘ ਰਿਹਾ, ਕੋਈ ਦੇਖਦਾ ਵੀ ਹੈਰਾਨ ਹੋ ਕੇ ਵੀ ਕੁੜੀ ਲਈ ਜਾ ਰਹੀ ਹੈ ਟਰੈਕਟਰ, ਤੇ ਮੈਂ ਕਹਿ ਦਿੰਦੀ ਵੀ ਹਨਾ ਵੀ ਇਹਨਾਂ ਨੂੰ ਕੋਈ ਨਵੀਂ ਚੀਜ਼ ਹੋਵੇ ਸ਼ਾਇਦ ਮੇਰੇ, ਪਰ ਮੈਨੂੰ ਐ ਨਹੀਂ ਲੱਗਦਾ ਹੈਗਾ। ਪਰ ਮੈਂ ਹੁਣ ਜਿਵੇਂ ਪਹਿਲਾਂ ਹੁੰਦਾ ਸੀਗਾ, ਮੈਨੂੰ ਡਰ ਥੋੜਾ ਜਿਹਾ ਹੁੰਦਾ ਸੀ, ਫੀਲ ਹੁੰਦਾ ਕਿ ਮੈਂ ਟਰੈਕਟਰ ਚਲਾਉਣੀ ਆ, ਕਿ ਮੈਂ ਮੂੰਹ ਬੰਨ ਕੇ ਜਾਣਾ ਹੁੰਦਾ। ਤੇ ਫਿਰ ਉਦੋਂ ਬਾਅਦ ਚ ਮੇਰੀ ਜਗ ਜੀ ਖੁੱਲ ਗਈ, ਫਿਰ ਮੈਂ ਬਿਨਾਂ ਮੈਂ ਕਿਹਾ ਚਲੋ ਆਪਣਾ ਆਪਦਾ ਕਿਤੇ ਨੂੰ ਕਾਹਦੀ ਸ਼ਰਮ ਹੈ, ਤੇ ਫਿਰ ਐਵੇਂ ਆਉਣੇ ਹੁਣ ਤਾਂ 3-4 ਸਾਲ ਤੋਂ ਐਵੇਂ ਖੁੱਲੇ ਹੋਇਆਂਗੇ। ਸੋ ਵੱਟਾਂ ਵੀ ਬਣਾ ਲੈਂਦੇ ਹੋ? ਹਾਂਜੀ ਹੁਣ ਸਭ ਕੁਝ, ਬੱਟਾਂ ਵੀ ਪੋਚਣੀਆਂ ਨੇ, ਸਭ ਕੁਝ ਕਰਨਾ ਹੈ ਇੱਥੇ ਤਾਂ। ਕਿਆ ਬਾਤ ਹੈ, ਸਾਰੇ ਕੰਮ ਹੈ। ਇੱਕ ਜਿਹੜਾ ਜੱਟ ਆਪਣੇ ਜਾਂ ਇੱਕ ਕਿਸਾਨ ਕਹਿ ਲਈਏ, ਜਿਹੜਾ ਕਿਸਾਨ ਹੈ ਮਿੱਟੀ ਨਾਲ ਮਿੱਟੀ ਹੁੰਦਾ। ਹਰ ਕਿਸਾਨ ਕਿਸ ਤਰ੍ਹਾਂ ਖੇਤਾਂ 'ਚ ਕੰਮ ਕਰਦਾ ਹੈ, ਉਸੇ ਤਰ੍ਹਾਂ ਇਹ ਪੂਰਨ ਤੌਰ ਤੇ ਕੰਮ ਕਰਦੇ ਨੇ। ਅੱਛਾ, ਹੁਣ ਝੋਨਾ ਲਗਾਉਣਾ ਆ, ਤੁਸੀਂ ਹੁਣ ਕੱਦੂ ਵਾਲਾ ਕਰ ਰਹੇ ਜਾਂ ਸਿੱਧੀ ਬਿਜਾਈ ਕਰੋਗੇ? ਸਿੱਧੀ ਬਿਜਾਈ ਵੀ ਕੀਤੀ ਹੈ ਮੈਮ ਅਸੀਂ, ਝੋਨਾ ਲਾ ਕੇ ਵੀ, ਝੋਨਾ ਵੀ ਕੀਤਾ। ਤਾਂ ਫਿਰ ਉਹ ਕਿਹੜਾ ਬੀਜ ਸੀਗਾ, ਜਿਹੜਾ ਵੱਖ-ਵੱਖ ਉਹਨਾਂ ਦੇ ਬੀਜ ਹੁੰਦੇ ਨੇ, ਤੇ ਹੁਣ ਕਿਹੜੇ ਬੀਜ ਦੀ ਖੇਤੀ ਕਰ ਰਹੇ ਹੋ? ਤੇ ਇੱਕ ਜਿਹੜੀ ਸਿੱਧੀ ਬਿਜਾਈ ਕੀਤੀ ਮੈਮ, ਉਹ ਤਾਂ ਅਸੀਂ 14 ਸਿੱਕੇ ਕੀਤੀ ਹੈ, ਠੀਕ ਹੈ। ਤੇ ਉਹਦੇ ਚ ਝਾੜ ਵੀ ਦੇਖੋ ਮਤਲਬ, ਤੇ ਇਹ ਝੋਨਾ ਜਿਹੜਾ ਅਸੀਂ 1509 ਲਾ ਰਹੇ ਹਾਂਗੇ। ਸੋ ਜਿੱਦਾਂ ਤੁਸੀਂ ਦੱਸ ਰਹੇ ਸੀ ਕਿ ਅਸੀਂ ਠੇਕੇ ਤੇ ਵੀ ਜ਼ਮੀਨ ਲੈਂਦੇ ਆ, ਤੇ ਕਿੰਨੀ ਕੁ ਜ਼ਮੀਨ ਜਿਹੜੀ ਠੇਕੇ ਤੇ ਲੈਂਦੇ ਹੋ, ਤੇ ਟੋਟਲ ਕਿੰਨੀ ਕੁ ਜ਼ਮੀਨ ਵਾਹ ਲੈਂਦੇ ਹੋ?
ਘਰ ਦੀ ਤਾਂ ਮੈਮ ਸਾਡੀ 17-18 ਕਿੱਲੇ ਹੈਗੀ, ਬਾਕੀ ਅਸੀਂ ਠੇਕੇ ਤੇ ਲੈਂਦੇ ਹਾਂ, ਜਿਵੇਂ 20-22 ਕਿੱਲੇ ਆਪਦੇ ਠੇਕੇ ਤੇ ਲੈ ਕੇ ਕੁੱਲ ਅਸੀਂ 38 ਕੁ ਕਿੱਲੇ ਅਸੀਂ ਆਪਦੀ ਕੀ ਕਹਿੰਦੇ ਨੇ ਸਾਰਾ ਕਰ ਦਿਆਂਗੇ। ਸੋ ਕੀ ਬਾਤ ਹੈ, ਇਹ ਬਹੁਤ ਵਧੀਆ ਆ। ਤੇ ਬ੍ਰਦਰ ਘਰ 'ਚ ਕੌਣ ਕੌਣ ਆ? ਮੈਮ ਮਾਤਾ ਨੇ, ਪਿਤਾ ਨੇ ਗੇ ਆਪਣੇ, ਤੇ ਭਾਈ ਹੈਗਾ, ਦਾਦਾ ਜੀ ਨੇ, ਤੇ ਸਾਡਾ ਕੁੱਤਾ ਹੈ। ਅੱਛਾ, ਡੌਗੀ ਵੀ ਰੱਖਣ ਦੇ ਚਾਹੁੰਦੇ ਆ। ਕੀ ਬਾਤ ਹੈ। ਅੱਛਾ, ਬ੍ਰਦਰ ਵੀ ਆਉਂਦਾ ਖੇਤਾਂ 'ਚ, ਹੱਥ ਵਟਾਉਂਦੇ ਨੇ ਉਹ ਵੀ? ਹਾਂਜੀ ਹਾਂਜੀ ਮੈਮ, ਉਹ ਵੀ ਵਟਾਉਂਦਾ ਹੈਗਾ, ਤੇ ਉਹ ਵੀ ਮੈਨੂੰ ਜਿਵੇਂ ਪਿਆਰ ਨਾਲ ਕੁਝ ਕਹਿ ਦੇਣਾ, ਬੌਸ ਕਹਿ ਦੇਣਾ, ਉਸਤਾਦ ਕਹਿ ਦੇਣਾ, ਹਨਾ, ਜਿਵੇਂ ਐਵੇਂ ਲਾੜ ਲੜਾ ਕੇ ਕੰਮ ਕਰਦੇ ਆ ਵਧੀਆ ਤਿੰਨੇ ਰਲ ਮਿਲ ਕੇ। ਕਦੇ ਉਹ ਤਾਂ ਨਹੀਂ ਕਹਿੰਦਾ ਨਹੀਂ ਅੱਜ ਮੈਂ ਕੱਦੂ ਕਰੂੰਗਾ, ਲੜਾਈ ਤਾਂ ਨਹੀਂ ਹੁੰਦੀ? ਨਹੀਂ ਮੈਮ, ਉਹ ਤਾਂ ਸਮਝ ਮੈਨੂੰ ਕਹਿ ਦਿੰਦੇ ਤੂੰ ਕਰ ਲਿਆ ਕਰ, ਮੈਂ ਦੂਜੇ ਕੰਮ ਕਰ ਲੂੰਗਾ। ਅੱਛਾ, ਵੈਸੇ ਜੇਕਰ ਗੱਲ ਕੀਤੀ ਜਾਵੇ, ਕਿਸਾਨ ਜਦੋਂ ਜਿਨ੍ਹਾਂ ਦੇ ਕੋਲ ਟਰੈਕਟਰ ਨਹੀਂ ਹੁੰਦਾ ਹਨਾ, ਉਹ ਖੇਤੀਬਾੜੀ ਜਦੋਂ ਕਰਦੇ ਨੇ, ਕਮ ਸੇ ਕਮ ਉਹ ਵੀ ਸੱਦਦੇ ਹੋਣੇ ਤੁਹਾਨੂੰ ਕਿ ਆਇਆ ਬਈ ਕੁੜੀ ਕੱਦੂ ਕਰਦੇ ਸਾਡੇ ਖੇਤਾਂ 'ਚ? ਹਾਂਜੀ, ਕਈ ਵਾਰ ਹੁੰਦਾ ਮੈਮ, ਜਿਵੇਂ ਹਨਾ ਕਿਸੇ ਨੂੰ ਲੋੜ ਹੁੰਦੀ ਹੈ, ਕਿਸੇ ਵੀ ਸੰਤ ਐਸੇ ਕਿਹਾ ਹੋਇਆ ਕਿ ਜੇ ਕਿਸੇ ਦੀ ਵੀ ਲੋੜ ਹੈਗੀ, ਤੁਸੀਂ ਤੁਹਾਨੂੰ ਹੈਲਪ ਚਾਹੀਦੀ ਹੈਗੀ, ਟਰੈਕਟਰ ਲੈ ਕੇ ਜਾਣਾ ਤਾਂ ਆਪਣੇ ਖੜੇ ਹੁੰਦੇ ਆ, ਜਾਂ ਕੋਈ ਬੰਦਾ ਚਾਹੀਦਾ ਨਾਲ ਤਾਂ ਅਸੀਂ ਔਰ ਕਿਹਾ ਹੋਇਆ ਕਿ ਲੈ ਜਾਓ, ਕਿ ਅਸੀਂ ਆਪ ਵੀ ਕਰਵਾ ਆਉਂਦੇ ਆ, ਦੇ ਵੀ ਦਿੰਦੇ ਆ। ਉਮਰ ਤੁਹਾਡੀ ਬੜੀ ਛੋਟੀ ਹੈ ਹਨਾ, ਕੰਮ ਬੜੇ ਵੱਡੇ ਕਰ ਰਹੇ ਹੋ, ਇਹ ਸੌਖਾ ਕੰਮ ਨਹੀਂ ਹੁੰਦਾ। ਸੋ ਗੱਲ ਕਰਦੇ ਜਦੋਂ ਤੁਸੀਂ ਪੜ੍ਹ ਰਹੇ ਹੋ ਜਿਹੜੇ ਕਾਲਜ ਦੇ ਵਿੱਚ, ਉੱਥੋਂ ਦੇ ਵਿਦਿਆਰਥੀਆਂ ਦਾ ਪ੍ਰਭਾਵ ਵੀ ਤੁਹਾਡੇ ਤੇ ਜ਼ਰੂਰ, ਤੁਹਾਡਾ ਪ੍ਰਭਾਵ ਉਹਨਾਂ ਤੇ ਪੈਂਦਾ ਹੋਏਗਾ, ਜਾਂ ਗੱਲ ਕਰ ਲੈਂਦੇ ਆ ਕਿ ਜਿੱਦਾਂ ਜਿਹੜੇ ਆਪਾਂ ਨੂੰ ਅਧਿਆਪਕ ਪੜ੍ਹਾਉਂਦੇ ਉਹਨਾਂ ਨੂੰ ਤਾਂ ਪਤਾ ਹੀ ਹੋਏਗਾ ਤੁਸੀਂ ਖੇਤੀ ਕਰਦੇ ਹੋ। ਹਾਂਜੀ ਹਾਂਜੀ ਮੈਮ, ਉਹਨਾਂ ਨੂੰ ਵੀ ਪਤਾ ਹੈ, ਜਿੱਦਾਂ ਉਹ ਵੀ ਮੈਨੂੰ ਬਹੁਤ ਹੌਸਲਾ ਕਿ ਇਹ ਵੀ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਹਨਾ, ਵੀ ਨਾਲ ਨਾਲ ਪੜ੍ਹਾਈ ਵੀ ਕਰਨਾ, ਵੀ ਤੁਸੀਂ ਇੱਧਰ ਆਪਦਾ ਕੰਮ ਵੀ ਕਰ ਦਿਓਗੇ, ਉਹ ਵੀ ਬਹੁਤ ਉਤਸ਼ਾਹਿਤ ਕਰਦੇ ਨੇ ਮੈਨੂੰ। ਹਾਂਜੀ। ਤੇ ਪੜ੍ਹਨ 'ਚ ਕਿੰਨੇ ਕੁ ਹੁਸ਼ਿਆਰ ਹੋ, ਕਿੰਨੇ ਕੁ ਨੰਬਰ ਆ ਜਾਂਦੇ ਨੇ? ਲੈ ਲੈਂਦੇ ਮੈਂ ਵਧੀਆ, 75-80% ਬਹੁਤ ਨੇ ਖਾਣ ਜੋਗੇ। ਅੱਛਾ, ਵੈਸੇ ਕਿਹਾ ਜਾਂਦਾ ਕਿ ਧੀਆਂ ਤਾਂ, ਕਿਹਾ ਨਹੀਂ ਜਾਂਦਾ, ਅਕਸਰ ਹੈ ਹੀ ਹੈ, ਰੀਤ ਚੱਲੀ ਆਈ ਹੈ ਕਿ ਮਾਪਿਆਂ ਦਾ ਘਰ ਛੱਡ ਕੇ ਦੂਜੇ ਘਰ ਜਾਣਾ ਹੀ ਪੈਂਦਾ ਧੀਆਂ ਨੂੰ ਹਨਾ। ਸੋ ਜਦੋਂ ਵਿਆਹ ਹੋਊਗਾ ਤੇ ਅਮਨ ਉਦੋਂ ਵੀ ਇਦਾਂ ਖੇਤੀਬਾੜੀ ਕਰੂਗੀ ਸਹੁਰਿਆਂ ਦੇ ਘਰ ਜਾ ਕੇ, ਕਿ ਕੋਈ ਨੌਕਰੀ ਵਾਲਾ ਮੁੰਡਾ ਲੱਭੇਗੀ? ਨਹੀਂ ਨਹੀਂ ਮੈਂ ਇਹੋ ਜਿਹਾ ਕੋਈ ਉਹ ਨਹੀਂ, ਬਾਕੀ ਤਾਂ ਦੇਖੋ ਕਰਮਾਂ ਸਾਰੀ ਗੱਲ ਹੁੰਦੀ ਆ, ਪਰ ਜੇ ਕਿ ਅਗਰ ਮੇਰਾ ਕੋਈ ਖੇਤੀ ਵਾਲੇ ਕਰੇ ਤਾਂ ਮੈਂ ਉਹਨਾਂ ਦੇ ਘਰੇ ਨਾਲ ਵੀ ਕੀ ਕਹਿੰਦੇ ਨੇ ਜ਼ਰੂਰ ਕੰਮ ਕਰਵਾਉਂਗੀ। ਸੋ ਇਹ ਤਾਂ ਗੱਲ ਸਹੁਰਿਆਂ ਦੀ ਸੀ, ਚਲੋ ਉਹ ਜੋ ਕਰਮਾਂ 'ਚ ਹੋਇਆ ਉਹ ਹੋਏਗਾ ਹਨਾ, ਪਰ ਫਿਰ ਵੀ ਖੇਤੀ ਵਾਲਾ ਮੁੰਡਾ ਹੀ ਲੱਭੂਗੇ ਹਨਾ ਡੈਡੀ ਤਾਂ? ਹਾਂਜੀ ਹਾਂ ਬਿਲਕੁਲ। ਫਿਰ ਉੱਥੇ ਜਾ ਕੇ ਵੀ ਖੇਤੀ ਕਰਿਆ ਕਰੋਗੇ? ਬਿਲਕੁਲ ਮੈਮ, ਜੇ ਆਪਣਾ ਹਨਾ ਸਬੱਬ ਹੋਇਆ ਤਾਂ ਆਰਾਮ ਅਸੀਂ ਜ਼ਰੂਰ ਕਰਾਂਗੇ ਅੱਗੇ ਖੇਤੀ ਵੀ, ਤੇ ਉਹਨਾਂ ਨੂੰ ਵੀ ਹਨਾ ਹੌਸਲਾ ਹੋਊਗਾ ਵੀ ਹਾਂ ਸਾਡੀ ਵੀ ਜੋ ਵੀ ਹਨਾ ਆਪਣਾ ਕਰਦੀ ਹੈਗੀ ਖੇਤੀਬਾੜੀ, ਤੇ ਵਧੀਆ ਗੱਲ ਹੈ, ਅੱਗੇ ਕਰਨੀ ਵੀ ਚਾਹੀਦੀ ਆ ਕੁੜੀਆਂ ਨੂੰ, ਕੋਈ ਮਾੜੀ ਗੱਲ ਨਹੀਂ ਹੈਗੀ। ਸੋ ਗੱਲ ਕਰਦੇ ਤਾਏ ਚਾਚਿਆਂ ਦੀ, ਤੁਹਾਡਿਆਂ ਦੀ, ਉਹਨਾਂ ਤੁਹਾਡੀਆਂ ਕਜ਼ਨ ਵੀ ਹੋਣੀਆਂ ਨੇ, ਉਹਨਾਂ ਦੇ ਵਿੱਚ ਉਹ ਵੀ ਕਦੇ ਕਹਿੰਦੀਆਂ ਹੁੰਦੀਆਂ ਕਿ ਸਾਨੂੰ ਵੀ ਅਮਨ ਟਰੈਕਟਰ ਚਲਾਉਣਾ ਸਿਖਾ ਦੇ? ਹਾਂਜੀ ਮੈਮ, ਕਹਿੰਦੀਆਂ ਨੇਗੀਆਂ ਸਾਨੂੰ, ਜਿਵੇਂ ਮੈਂ ਆਉਣਾ ਟਰੈਕਟਰ ਤੇ ਸਾਨੂੰ ਵੀ ਝੂਟੀ ਦਵਾ ਦੀ ਜਾਂ ਸਾਨੂੰ ਸਿਖਾ ਦੀ, ਤਾਂ ਮੈਂ ਕਹਿ ਦੇਣਾ ਵੀ ਯਾਰ ਤੂੰ ਚੱਲੋ, ਤੁਸੀਂ ਸਮਾਂ ਦੀ ਤੁਰੋ ਮੇਰੇ ਨਾਲ, ਮੈਂ ਤੁਹਾਨੂੰ ਸਿਖਾਉਂਗੀ ਸਭ ਕੁਝ ਹਨਾ, ਤੁਸੀਂ ਵੀ ਕਰੋ, ਤੁਸੀਂ ਵੀ ਨਾਲ ਹਨਾ ਆਪਣੇ ਕੰਮ ਦਾ ਹੱਥ ਵਟਾਓ, ਸਮਾਂ ਦੀ ਵਧੀਆ ਗੱਲ, ਅੱਗੇ ਕੁੜੀਆਂ ਅੱਗੇ ਆਉਣਗੀਆਂ ਤਾਂ ਅੱਗੇ ਜਨਰੇਸ਼ਨ 'ਚ ਕਿੰਨਾ ਆਪਣਾ ਉਹ ਪੈਣਾਗਾ। ਤੇ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਤੁਹਾਡੇ ਫਾਦਰ ਸਾਹਿਬ ਦੀ, ਜਦੋਂ ਤੁਸੀਂ ਟਰੈਕਟਰ ਚਲਾਉਣਾ ਸਿੱਖਿਆ ਹੀਗਾ ਹਨਾ, ਜਾਂ ਕਹਿਤਾ ਸੀ ਕਿ ਮੈਂ ਖੇਤਾਂ 'ਚ ਜਾਣਾ ਆ, ਤਾਂ ਅਕਸਰ ਨਾ ਪਹਿਲਾਂ ਘਰ ਦੇ ਕਹਿੰਦੇ ਲੈ ਤੂੰ ਖੇਤਾਂ ਦਾ ਕੰਮ ਕਰਕੇ ਕੀ ਕਰਨਾ, ਅਸੀਂ ਹੈਗੇ ਆ, ਮੁੰਡੇ ਹੈਗੇ ਆ ਨਾਲ, ਤਾਏ ਚਾਚੇ ਹੈਗੇ ਆ, ਅਸੀਂ ਕਰ ਲਾਂਗੇ ਕੰਮ ਆਪੇ। ਕੁੜੀਆਂ ਦਾ ਕੰਮ ਹੁੰਦਾ ਚੌਂਕੇ ਚੁੱਲ੍ਹੇ 'ਚ ਜਾਂ ਪੜ੍ਹਾਈ ਕਰ ਲਓ, ਜੇਕਰ ਕੋਈ ਪੜ੍ਹਾਈ ਚੰਗੀ ਕਰਾ ਦਿੰਦਾ ਤਾਂ ਨੌਕਰੀ ਮਿਲ ਜਾਂਦੀ ਆ। ਤੇ ਤੁਹਾਡੇ ਫਾਦਰ ਸਾਹਿਬ ਦਾ ਪਹਿਲਾ ਰਿਐਕਸ਼ਨ ਕੀ ਸੀਗਾ? ਨਹੀਂ ਮੈਮ, ਮੇਰੇ ਫਾਦਰ ਸਾਹਿਬ ਨੇ ਤਾਂ ਮੈਨੂੰ ਬਹੁਤ ਸਪੋਰਟ ਕੀਤੀ ਹੈਗੀ, ਜਿਵੇਂ ਮੈਂ ਘਰੇ ਬੈਠਣਾ ਤਾਂ ਕਹਿ ਦੇਣਾ ਆਪਾਂ ਘਰੇ 2 ਰੋਟੀਆਂ ਖਾਣੇ ਆਂਗੇ ਤਾਂ ਖੇਤ ਆ ਕੇ 4 ਖਾਵਾਂਗੇ, ਕਿਉਂ ਦੁੱਗਣੀ ਭੁੱਖ ਲੱਗਦੀ ਹੈ ਜਦੋਂ ਕੰਮ ਕਰਦਾ ਬੰਦਾ ਇੱਥੇ ਆ ਕੇ, ਤਾਂ ਖੁਦ ਨੂੰ ਵੀ ਹੁੰਦਾ ਕਿ ਹਾਂ ਬੰਦੇ ਨੇ ਕੰਮ ਕੀਤਾ, ਰਾਤ ਨੂੰ ਨੀਂਦ ਵੀ ਸੋਹਣੀ ਆਉਂਦੀ ਹੈ। ਤੇ ਹਾਂਜੀ, ਮੈਨੂੰ ਮਤਲਬ ਕਦੇ ਫਾਦਰ ਸਾਹਿਬ ਨੇ ਨਹੀਂ ਕਿਹਾ ਵੀ ਤੂੰ ਖੇਤਾਂ 'ਚ ਨਹੀਂ ਜਾਣਾ ਹੈਗਾ, ਉਹ ਮੈਨੂੰ ਨਾਲ ਲੈ ਕੇ ਆਉਂਦੇ ਸੀ ਜਦੋਂ ਵੀ ਆਉਣਾ। ਸੋ ਵੈਸੇ ਨਾ ਖੇਤਾਂ 'ਚ ਅਕਸਰ ਬੜਾ ਉਹ ਮੂਮੈਂਟ ਪਲ ਜਿਉਣ ਨੂੰ ਮਿਲਦਾ ਹੈ, ਜਿੱਦਾਂ ਆਪਾਂ ਇੱਥੇ ਨੀਚੇ ਬੈਠ ਕੇ ਬੋਰੀ ਵਿਛਾਈ ਹੁੰਦੀ ਆ ਹਨਾ, ਫਿਰ ਉਸ ਤੋਂ ਬਾਅਦ ਲੱਸੀ, ਅਚਾਰ, ਪਿਆਜ਼ ਆਉਂਦਾ, ਇਹ ਵਾਲਾ ਮੂਮੈਂਟ ਵੀ ਤੁਸੀਂ ਜੀ ਲਿਆ? ਹਾਂਜੀ ਹਾਂਜੀ ਮੈਮ ਬਿਲਕੁਲ, ਕਿਉਂਕਿ ਜਦੋਂ ਹੁਣ ਸਵੇਰੇ ਰੋਟੀ ਆਉਣੀ ਆ, ਬੈਠ ਜਾਣਾ ਖਾਣ, ਸਾਰੇ ਜਿਵੇਂ ਇਕੱਠੇ ਹੋ ਕੇ ਬੈਠ ਜਾਣਾ, ਨਾਲ ਹੱਸੀ ਖੇਡੀ ਜਾਣਾ, ਨਾਲ ਖਾਣਾ ਰੋਟੀ ਪਾਣੀ, ਤੇ ਬੜਾ ਹੁੰਦਾ ਕਿ ਯਾਰ ਵੀ ਜੇ ਮੈਂ ਬਾਹਰ ਚੱਲ ਜਾਂਦੀ ਤਾਂ ਮੈਂ ਇਹ ਕਿੱਥੋਂ ਇੰਜੋਏ ਕਰਨਾ ਸੀਗਾ ਸਭ ਕੁਝ, ਕਿਉਂਕਿ ਜੱਟਾਂ ਦੇ ਜਵਾਕਾਂ ਦਾ ਤਾਂ ਇਹੀ ਖੁਸ਼ੀ ਹੁੰਦੀ ਆ ਦੇਖੋ, ਤੇ ਬੜਾ ਮਾਣ ਮਹਿਸੂਸ ਹੁੰਦਾ ਕਿ ਹਾਂ ਖੇਤਾਂ 'ਚ ਬੈਠੇ ਖਾ ਰਹੇ ਆ, ਪੀ ਰਹੇ ਆ, ਤਾਂ ਲਾਈਫ ਕਰ ਰਹੇ ਆ ਇੰਜੋਏ। ਅਮਨ ਘਰ ਦੇ ਕੰਮ ਵੀ ਕਰ ਲੈਂਦੀ ਆ? ਹਾਂਜੀ ਮੈਂ ਬਿਲਕੁਲ ਕਰਵਾ ਕੇ, ਮਤਲਬ ਸਬਜ਼ੀਆਂ ਪੂਰੀਆਂ ਬਣਾਉਣੀਆਂ ਆਉਂਦੀਆਂ? ਦੇਖ ਲਓ, ਮੈਂ ਆਂਟੀ ਨੂੰ ਪੁੱਛ ਲੈਣਾ ਜਾ ਕੇ, ਇਕੱਲਾ ਟਰੈਕਟਰ ਚਲਾਉਣਾ ਤਾਂ ਨਹੀਂ ਆਉਂਦਾ? ਨਹੀਂ ਮੈਂ ਜਾ ਕੇ ਪੁੱਛ ਲਈ, ਸਭ ਕੁਝ ਕਰਵਾਉਣੀ ਹੈ, ਜਿਵੇਂ ਕਈ ਵਾਰ ਮੰਮੀ ਘਰੇ ਨਹੀਂ ਹੁੰਦੇ ਹੈਗੇ, ਮੈਂ ਹੀ ਰੋਟੀ ਟੁੱਕ ਦਾ ਕਰਨਾ ਹੁੰਦਾ, ਤੇ ਉਹ ਵੀ ਮੈਂ ਕਰਦੀ ਆਂਗੀ। ਫਿਰ ਉਦੋਂ ਬਾਅਦ 'ਚ ਹੁਣ ਜਿਵੇਂ ਸਵੇਰੇ ਖੇਤ ਆਉਣਾ ਹੁੰਦਾ, ਕੰਮ ਕਰਵਾ ਕੇ
ਰੋਟੀ ਟੁੱਕ ਦਾ ਨਾਲ ਬੰਨ੍ਹ ਕੇ ਲੈ ਕੇ ਆਉਣੀ ਆਪਦੀ ਇੱਥੇ, ਫਿਰ ਖਵਾ ਕੇ ਫਿਰ ਮੈਂ ਟਰੈਕਟਰ ਤੇ ਉਹ ਕਰਨਾ, ਕੀ ਇਹਨੇ ਨੇ ਆਪਣੇ ਹੋਰ ਵੱਟਾਂ ਪੁੱਛਣ ਵਾਲੀਆਂ ਆਉਂਦੀਆਂ ਨੇ ਉਹ ਕਰਨਾ, ਸਭ ਕੁਝ ਤਾਂ ਕਰਨਾ ਹੁੰਦਾ। ਤੇ ਗੱਲ ਕਰਦੇ ਤੁਹਾਡੇ ਘਰ ਦੇ ਵਿੱਚੋਂ, ਤਾਏ ਚਾਚਿਆਂ ਚੋਂ ਜਾਂ ਨਾਨਕਿਆਂ ਚੋਂ ਕੋਈ ਬਾਹਰ ਗਿਆ ਹੋਇਆ? ਹਾਂ ਜਿਵੇਂ ਮੇਰੇ ਨਾਨਕਿਆਂ ਚੋਂ ਗਏ ਹੋਏ ਹੈਗੇ, ਮੇਰੇ ਮਾਮਾ ਜੀ ਦੀ ਬੇਟੀ। ਉਹਨਾਂ ਨੇ ਉੱਥੋਂ ਦੇ ਜ਼ਿਕਰ ਕਰਦੇ ਹੋਣੇ ਆ, ਜਾਂ ਤੁਹਾਡੀਆਂ ਵੀਡੀਓਜ਼ ਦੇਖਦੇ ਹੋਣੇ ਆ, ਜਾਂ ਤੁਸੀਂ ਵੀਡੀਓ ਕਾਲ ਕਰਦੇ ਹੋਣੇ ਆ, ਤਾਂ ਅਕਸਰ ਗੱਲ ਹੁੰਦੀ ਰਹਿੰਦੀ ਹੋਣੀ ਉੱਥੋਂ ਦੀ ਤੇ ਇੱਥੋਂ ਦੀ ਵੀ। ਹਾਂਜੀ ਉਹ ਤਾਂ ਮੈਨੂੰ ਬਹੁਤ ਪ੍ਰੈਫਰ ਕਰਦੇ, ਉਹ ਕਰਦੇ ਆ ਕਿ ਪੈਂਪਰ ਕਰਦੇ ਆ ਕਿ ਤੂੰ ਹਾਂ ਵਧੀਆ ਕਰ ਰਹੀ ਹੈਗੀ ਅਮਨ, ਵੀ ਬਹੁਤ ਵਧੀਆ ਗੱਲ ਹੈਗੀ ਤੂੰ ਕਰ ਰਹੀ ਹੈ, ਕਿ ਕੋਈ ਆਮ ਕੁੜੀ ਨਹੀਂ ਕਰ ਸਕਦੀ ਹੈਗੀ। ਤੇ ਮੈਨੂੰ ਵੀ ਵਧੀਆ ਲੱਗਦਾ ਕਿ ਹਾਂ ਯਾਰ ਵਧੀਆ, ਕਿ ਮੈਨੂੰ ਬਾਹਰੋਂ ਵੀ ਹਨਾ ਸਪੋਰਟ ਵੀ ਮੈਨੂੰ ਭੈਣਾਂ ਕਹਿੰਦੀਆਂ ਨੇ ਮੇਰੀਆਂ, ਤੇ ਖੁਸ਼ੀ ਹੁੰਦੀ ਹੈ। ਸੋ ਹੁਣ ਜਿੱਦਾਂ ਹੁਣ ਗੱਲ ਕਰਦੇ ਹਾਂ ਤੁਹਾਡੇ ਇਸ ਖੇਤਾਂ ਦੇ, ਹੁਣ ਵੀ ਤੁਸੀਂ ਕੱਦੂ ਕਰਦੇ ਪਏ ਹੋ, ਤਾਂ ਆਪਾਂ ਜ਼ਰੂਰ ਉਹ ਤਸਵੀਰਾਂ ਵੀ ਆਪਣੇ ਦਰਸ਼ਕਾਂ ਨੂੰ ਜ਼ਰੂਰ ਦਿਖਾਵਾਂਗੇ। ਤੁਸੀਂ ਕੱਦੂ ਕਰਦੇ ਹੋ, ਕਈ ਚਲਾਉਂਦੇ ਹੋ ਹਨਾ, ਸੋ ਕਈ ਚਲਾਉਣੀ ਵੈਸੇ ਬਹੁਤ ਜ਼ੋਰ ਲੱਗਦਾ ਹੈ ਕਈ ਚਲਾਉਣ ਦੇ ਵਿੱਚ ਵੀ ਹਨਾ, ਸੋ ਇਹਨਾਂ ਹੌਸਲਾ ਜਾਂ ਜਜ਼ਬਾ ਜਾਂ ਕਿਵੇਂ ਆ ਜਾਂਦਾ ਤੁਹਾਡੇ 'ਚ? ਸ਼ੁਰੂ ਤੋਂ ਹੀ ਨਾ ਮੈਮ ਥੋੜਾ ਜਿਹਾ ਸੀ, ਜਿਵੇਂ ਜੱਟਾਂ ਦੇ ਜਵਾਕ ਨਾ ਥੋੜੇ ਚੀੜੇ ਹੁੰਦੇ ਨੇ, ਜਿਵੇਂ ਹਾਰਡ ਜਿਹੇ ਹੁੰਦੇ ਆ ਉਹ, ਜਿਵੇਂ ਛੋਟੇ ਹੁੰਦੇ ਤੋਂ ਜੇ ਸਾਡੇ ਸੱਟ ਸੁੱਟ ਲੱਗਣੀ ਹਨਾ, ਕਹਿ ਦਿੰਦੇ ਕੋਈ ਗੱਲ ਨਹੀਂ, ਕੁਝ ਨਹੀਂ ਹੁੰਦਾ, ਜੱਟਾਂ ਦੇ ਜਵਾਕ ਆ, ਕੁਝ ਨਹੀਂ ਹੁੰਦਾ ਹੈਗਾ। ਤੇ ਉੱਥੋਂ ਹੀ ਬੜਾ ਐ ਫਿਰ ਥੋੜੀ ਹੋ ਹੀ ਗਿਆ ਵੀ ਹਾਂ ਯਾਰ ਨਹੀਂ ਕੁਝ ਨਹੀਂ ਹੋਇਆ ਹੈਗਾ, ਜੇ ਕੋਈ ਹੁੰਦਾ ਤਾਂ ਫਿਰ ਹੌਲੀ ਹੌਲੀ ਸਿੱਖ ਲੈਣਾ। ਸੱਟ ਵੀ ਲੱਗਣੀਆਂ ਤਾਂ ਐਂ ਬਸ ਕਿਸੇ ਨੂੰ ਦੱਸਣਾ ਹੀ ਨਹੀਂ ਵੀ ਚੱਲ ਕੁਝ ਨਹੀਂ ਹੁੰਦਾ, ਇੰਨੀ ਕੁ ਸੱਟ ਤਾਂ ਕੀ ਕੋਲਦੇ ਆਪਾਂ। ਫਿਰ ਉੱਥੋਂ ਕਹੀ ਕੁਹੀ ਦਾ ਵੀ ਇੰਨਾ ਕੀ ਰਿਹਾ ਨਹੀਂ, ਪਹਿਲਾਂ ਥੋੜਾ ਜਿਹਾ ਔਖਾ ਲੱਗਦਾ ਹੁੰਦਾ ਸੀ ਵੀ ਜਦੋਂ ਇੰਨੀ ਸਟਰੈਂਥ ਨਹੀਂ ਹੁੰਦੀ ਸੀਗੀ, ਥੋੜਾ ਜਿਹਾ ਫਿਜ਼ੀਕਲੀ ਫਿੱਟ ਵੀ ਹੁੰਦਾ, ਕੁਝ ਮੈਂ ਜਿਮ ਵਗੈਰਾ ਲਾਉਣੀ ਆ ਉਹ ਨਾ ਨਾ। ਅੱਛਾ ਜਿਮ ਵੀ ਜਾਂਦੇ ਹੋ, ਕੀ ਬਾਤ ਹੈ ਜੀ। ਮੈਨੂੰ ਲੱਗਦਾ ਵੈਸੇ ਆ ਜਿਹੜੀ ਜਿਮ ਹੀ ਹੁੰਦੀ, ਇੰਨੀ ਕਸਰਤ ਖੇਤਾਂ 'ਚ ਤੁਸੀਂ ਕਰ ਲੈਂਦੇ ਆ। ਹਾਂਜੀ ਮੈਮ ਜਦੋਂ ਮਤਲਬ ਮੇਰਾ ਫ੍ਰੀ ਟਾਈਮ ਹੁੰਦਾ, ਹੁਣ ਤਾਂ ਚਲੋ ਲੋਕਡਾਊਨ ਕਰਕੇ, ਫਿਰ ਜਦੋਂ ਮਤਲਬ ਅਸੀਂ ਵਿਹਲੇ ਹੋ ਜਾਂਦੇ ਹਾਂ ਸਭ ਕੁਝ ਕੰਮ ਕਰਕੇ, ਫਿਰ ਅਸੀਂ ਜਿਮ ਵੀ ਜਾ ਜਾਂਦੇ ਆਂਗੇ। ਕੀ ਬਾਤ ਹੈ ਜੀ। ਸੋ ਬਹੁਤ ਵਧੀਆ ਵਾ ਵੈਸੇ, ਫਾਦਰ ਸਾਹਿਬ ਦੇਸੀ ਘਿਓ ਦਿੰਦੇ ਖਾਣ ਨੂੰ, ਕਿਉਂਕਿ ਖੇਤਾਂ 'ਚ ਤਾਂ ਆਪਾਂ ਘਰ 'ਚ ਪਸ਼ੂ ਵੀ ਹੋਣੇ ਆ, ਤੇ ਨਾਲ ਮੰਮੀ ਨੂੰ ਜ਼ਰੂਰੀ ਹੋ ਜਾਂਦਾ ਕਿ ਭਾਈ ਕੁੜੀ ਇੰਨਾ ਕੰਮ ਕਰਦੀ ਆ ਤੇ ਦੇਸੀ ਘਿਓ ਪਾਉਣਾ ਬੜਾ ਜ਼ਰੂਰੀ ਹੈ ਨਾ। ਹਾਂਜੀ ਹਾਂਜੀ ਖੁਰਾਕ ਵਧੀਆ। ਹਾਂਜੀ ਕਈ ਵਾਰ ਦੁੱਧ 'ਚ ਵੀ ਪਾ ਕੇ ਦੇ ਦਿੰਦੇ ਨੇ, ਜੋ ਜਿਵੇਂ ਕਿ ਮੈਂ ਕਹਿ ਦੇਣਾ ਵੀ ਮੇਰੇ ਤੋਂ ਪੀਤਾ ਨਹੀਂ ਜਾਂਦਾ ਹੈਗਾ, ਤਾਂ ਕਹਿ ਦੇਣਾ ਨਹੀਂ ਨਹੀਂ ਪੀ, ਡਰਾ ਕੇ ਪਿਲਾ ਦਿੰਦਾ, ਕਿਵੇਂ ਕਦੇ ਕਿਵੇਂ। ਵੱਖ ਗੱਲ ਹੈ ਕਿ ਮੇਰੇ ਤੇ ਮੈਨੂੰ ਲੱਗਦਾ ਹੀ ਹੈ ਨਹੀਂ। ਹਾਂ ਤੁਹਾਡੀ ਸਿਹਤ ਬੜੀ ਕਮਜ਼ੋਰ ਲੱਗ ਰਹੀ, ਜਿਸ ਹਿਸਾਬ ਨਾਲ ਖਾ ਲਵਾਂ ਲੱਗਦਾ ਹੀ ਹੈ ਨਹੀਂ ਮੈਨੂੰ। ਅੱਛਾ ਠੀਕ ਹੈ, ਚਲੋ ਫਿਰ ਆਪਾਂ ਖੇਤ ਦਾ ਉਹ ਨਜ਼ਾਰਾ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਸਾਰੇ ਦਰਸ਼ਕਾਂ ਨੂੰ। ਇੱਕ ਵਾਰ ਅਮਨ ਕਿੱਦਾਂ ਖੇਤਾਂ ਦੇ ਵਿੱਚ ਕਈ ਵੀ ਚਲਾਉਂਦੀ ਹੈ ਤੇ ਨਾਲ ਦੀ ਨਾਲ ਟਰੈਕਟਰ ਵੀ ਚਲਾਉਂਦੀ ਹੈ ਹਨਾ। ਸੋ ਅਮਨ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ, ਜਿਹੜੀਆਂ ਕੁੜੀਆਂ ਕਈ ਵਾਰ ਹਿੰਮਤ ਹਾਰ ਕੇ ਘਰਾਂ 'ਚ ਬੈਠ ਜਾਂਦੀਆਂ ਨੇ, ਜਾਂ ਕਈ ਵਾਰ ਬਹੁਤ ਪੜ੍ਹੀਆਂ ਲਿਖੀਆਂ ਹੁੰਦੀਆਂ ਨੇ ਤੇ ਮਾਪੇ ਕਹਿੰਦੇ ਕਿ ਨਹੀਂ ਅਸੀਂ ਕੁੜੀਆਂ ਤੋਂ ਨੌਕਰੀ ਨਹੀਂ ਕਰਾਉਣੀ ਹੈਗੀ, ਬਹੁਤ ਸਾਰੇ ਸੁਪਨੇ ਕੁੜੀਆਂ ਨੇ ਅੱਖਾਂ 'ਚ ਸੰਜੋਏ ਹੁੰਦੇ। ਵੈਸੇ ਅੱਜ ਕੱਲ੍ਹ ਦਾ ਜਿਹੜਾ ਜ਼ਮਾਨਾ ਆ ਗਿਆ ਹੈ ਉਹਦੇ 'ਚ ਕੋਈ ਕੁੜੀ ਵੀ ਪੜ੍ਹ ਲਿਖ ਕੇ ਘਰ ਬੈਠਣਾ ਨਹੀਂ ਚਾਹੀਦੀ। ਉਹ ਕਹੇਗੀ ਕਿ 4 ਪੈਸੇ ਕਮਾਉਣੇ ਬੜੇ ਜ਼ਰੂਰੀ ਹੋ ਜਾਂਦੇ, ਕਿਉਂਕਿ ਸਾਡੀਆਂ ਫੈਮਲੀਆਂ, ਸਾਡੇ ਰੁਜ਼ਗਾਰ, ਜਿਹੜੇ ਸਾਡੇ ਕਾਰੋਬਾਰ ਨੇ, ਇਹਨਾਂ ਦੇ ਵਿੱਚ ਜਾਂ ਪਰਿਵਾਰ ਨੂੰ ਪਾਲਣਾ ਬੜਾ ਜ਼ਰੂਰੀ ਹੋ ਜਾਂਦਾ ਕਿ ਨਾਲ ਦੀ ਨਾਲ ਸਾਨੂੰ ਸਾਰਿਆਂ ਨੂੰ ਨੌਕਰੀ ਕਰਨੀ ਪੈਂਦੀ ਹੈ, ਕਿਉਂਕਿ ਘਰ ਦਾ ਗੁਜ਼ਾਰਾ ਤਾਂ ਹੀ ਚੱਲਦਾ ਆ। ਉਹਨਾਂ ਮਾਪਿਆਂ ਨੂੰ ਤੇ ਉਹਨਾਂ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਕੁੜੀਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਮੈਮ, ਕਈ ਵਾਰ ਜਿੱਦਾਂ ਕੁੜੀਆਂ ਹਨਾ ਡਿਪਰੈਸ ਹੋ ਜਾਂਦੀਆਂ ਨੇ ਕਿ ਸਾਨੂੰ ਹਨਾ ਜੌਬ ਨਹੀਂ ਮਿਲ ਰਹੀ ਹੈਗੀ, ਜਾਂ ਕੁਝ ਵੀ ਪੜ੍ਹਾਈ ਕਰਕੇ ਘਰ ਬੈਠ ਜਾਂਦੇ ਹੈਗੇ ਕੋਈ ਐਵੇਂ, ਪਰ ਉਹਨਾਂ ਨੂੰ ਮੈਂ ਕਹਿੰਦੀ ਹਾਂ ਕਿ ਉਹ ਹੌਸਲਾ ਨਾ ਛੱਡਣ, ਕਿਉਂਕਿ ਜੇ ਅਗਰ ਆਪਾਂ ਮਿਹਨਤ ਕੀਤੀ ਆ, ਇੱਕ ਦਿਨ ਆਪਾਂ ਨੂੰ ਫਲ ਜ਼ਰੂਰ ਮਿਲਣਾ। ਸਮਾਂ ਉਹਨਾਂ ਦੇ ਪੇਰੈਂਟਸ ਨੂੰ ਵੀ ਹਨਾ ਮੇਰੀ ਇੱਕੋ ਬੇਨਤੀ ਹੁੰਦੀ ਹੈ ਕਿ ਉਹ ਆਪਦੇ ਕੁੜੀਆਂ ਨੂੰ ਬਾਹਰ ਕੱਢਣ ਹਨਾ, ਆਪਣੇ ਪੁੱਤਾਂ ਵਾਂਗੂ ਕੰਮ ਕਰਵਾਉਣ ਉਹਨਾਂ ਤੋਂ, ਕਿਉਂਕਿ ਕੁੜੀਆਂ ਵੀ ਮੈਮ ਦੇਖੋ ਬਹੁਤ ਸਟਰੋਂਗ ਹੁੰਦੀਆਂ ਨੇਗੀਆਂ, ਇਮੋਸ਼ਨਲੀ ਵੀ, ਕਈ ਫਿਜ਼ੀਕਲੀ ਵੀ ਬਹੁਤ ਸਟਰੋਂਗ ਹੁੰਦੀਆਂ। ਤੇ ਇਹੀ ਕਹਿਣਾ ਚਾਹੁੰਦੀ ਹਾਂ ਕਿ ਉਹ ਅੱਗੇ ਆਉਣ ਹਨਾ, ਉਹ ਵੀ ਆਪਦੇ ਕੀ ਕਹਿੰਦੇ ਨੇ ਸਮਝਣ, ਕਿਉਂਕਿ ਦੇਖੋ ਪੰਜਾਬ ਦਾ ਜਿਹੜਾ ਆਪਣਾ ਯੂਥ ਹੈ ਮੋਸਟਲੀ ਆਪਣਾ ਨਸ਼ਿਆਂ ਵੱਲ ਜਾ ਰਿਹਾ। ਅਗਰ ਆਪਾਂ ਹੁਣ ਨਾ ਸਾਂਭਿਆ ਗਿਆ ਵੇਲਾ ਆਪਣੇ ਤੋਂ, ਤਾਂ ਆਉਣ ਵਾਲੀ ਪੀੜ੍ਹੀ ਤਾਂ ਜਮਾਂ ਹੀ ਆਪਣਾ ਕੰਮ ਹੀ ਹੋ ਜਾਣਾ ਖਰਾਬ। ਤੇ ਉਹਨਾਂ ਨੂੰ ਵੀ ਹਨਾ ਕਿ ਜਿਹੜੇ ਮੁੰਡੇ ਇੱਦਾਂ ਦੀ ਲਾਈਨ 'ਚ ਜਾ ਰਹੇ ਆ, ਉਹਨਾਂ ਨੂੰ ਵੀ ਬਹੁਤ ਉਹ ਕਰਨਾ ਚਾਹੁੰਦੀ ਹਾਂ ਕਿ ਉਹ ਨਸ਼ੇ ਛੱਡ ਕੇ ਆਪਣੇ ਕੰਮ ਵੱਲ ਧਿਆਨ ਦੇਣ ਹਨਾ, ਆਪਦੇ ਮਾਂ ਪਿਓ ਦਾ ਸੋਚਣ, ਕਿਉਂਕਿ ਲਾਈਫ ਇੱਕ ਵਾਰੀ ਮਿਲੀ ਹੈ, ਦੁਬਾਰਾ ਤਾਂ ਮੈਂ ਮਿਲਦੀ ਨਹੀਂ ਹੈਗੀ, ਕਿਉਂਕਿ ਨਾਮ ਇੱਕ ਵਾਰੀ ਕਮਾਇਆ ਜਾਣਾ ਸਭ ਤੋਂ। ਬਿਲਕੁਲ ਹਾਂਜੀ। ਸੋ ਸੋ ਹੁਣ ਜਿੱਦਾਂ ਗੱਲ ਕਰਦੇ ਕਿ ਤੁਸੀਂ ਸਾਰੇ ਕੰਮ ਕਰ ਲੈਂਦੇ ਹੋ, ਬਹੁਤ ਵਧੀਆ, ਪਰ ਕੁੜੀਆਂ ਨੂੰ ਨਾ ਇੱਕ ਸ਼ੌਂਕ ਬੜਾ ਹੁੰਦਾ ਟਿਕਟੌਕ ਦਾ। ਇਹੋ ਜਿਹੇ ਕੱਚਰ ਗੰਦੇ ਤਾਂ ਦੂਰੀਆਂ। ਆ ਸਹੀ ਜਵਾਬ ਸੀਗਾ, ਆ ਸਹੀ। ਮੈਂ ਬਿਲਕੁਲ ਟਿਕਟੌਕ ਅੱਜ ਤੱਕ ਮੇਰਾ ਫੋਨ ਵੀ ਤੁਸੀਂ ਦੇਖ ਸਕਦੇ ਹੋ, ਮੈਂ ਬਿਲਕੁਲ ਟਿਕਟੌਕ ਨਹੀਂ ਯੂਜ਼ ਕਰਦੀ। ਵੈਸੇ ਜੇਕਰ ਗੱਲ ਕੀਤੀ ਜਾਵੇ ਨਾ, ਕੁੜੀਆਂ ਜਾਂ ਮੁੰਡੇ, ਬੱਚੇ, ਬਜ਼ੁਰਗ ਸਭ ਟਿਕਟੌਕ ਤੇ ਤੁਹਾਨੂੰ ਮਿਲਣਗੇ। ਆਪਣਾ ਜਿਹੜਾ ਤੁਸੀਂ ਸਮਾਂ ਇੱਥੇ ਖੇਤਾਂ 'ਚ ਗੁਜ਼ਾਰਦੇ ਹੋ, ਤੇ ਉਹ ਜਿਹੜਾ ਵਿਹਲਾ ਟਾਈਮ ਆ ਟਿਕਟੌਕ ਤੇ ਵੀਡੀਓ ਬਣਾ ਕੇ ਜਿਹੜਾ ਗੁਜ਼ਾਰਦੇ ਹੈਗੇ ਆ।
ਉਹ ਮੈਮ ਉਹ ਤਾਂ ਆਪਦੇ ਸ਼ੌਂਕ ਨੇ ਹਨਾ ਬੱਚਿਆਂ ਦੇ, ਬਾਕੀ ਮੈਂ ਤੇ ਕੋਈ ਕਮੈਂਟ ਨਹੀਂ ਕਰੂੰਗੀ ਕਿ ਚਲੋ ਉਹਨਾਂ ਨੂੰ ਖੁਸ਼ੀ ਮਿਲਦੀ ਹੋਊਗੀ ਸ਼ਾਇਦ ਟਿਕਟੌਕ ਚਲਾ ਕੇ, ਤਾਂ ਵਧੀਆ ਗੱਲ ਹੈ। ਪਰ ਮੈਂ ਤਾਂ ਵੈਸੇ ਪਤਾ ਜਵਾਬ ਬਹੁਤ ਸਹੀ ਸੀਗਾ। ਸੋ ਆਓ ਜੀ ਇੱਕ ਵਾਰ ਆਪਾਂ ਫਿਰ ਖੇਤ ਚੱਲਦੇ ਹਾਂ ਤੇ ਤੁਹਾਨੂੰ ਦਿਖਾਉਂਦੇ ਆ ਕਿ ਅਮਨ ਕਈ ਕਿੱਦਾਂ ਚਲਾਉਂਦੇ ਨੇ ਤੇ ਨਾਲ ਫਿਰ ਕੱਦੂ ਪ੍ਰੋਪਰ ਕਿਵੇਂ ਕਰਦੇ ਨੇ। ਸੋ ਤੁਸੀਂ ਦੇਖਿਆ ਕਿ ਉਹ ਖੇਤਾਂ ਦਾ ਨਜ਼ਾਰਾ ਜਿੱਥੇ ਅਮਨਦੀਪ ਟਰੈਕਟਰ ਚਲਾਉਂਦੀ ਹੈ ਤੇ ਨਾਲ ਦੀ ਨਾਲ ਉਸਨੇ ਕਈ ਵੀ ਚਲਾਈ ਹੈ। ਸੋ ਕਈ ਦੇ ਨਾਲ ਉਸਨੇ ਵੱਟਾਂ ਵੀ ਬਣਾਈਆਂ ਨੇ। ਇਹ ਨਜ਼ਾਰਾ ਤੁਸੀਂ ਦੇਖ ਹੀ ਲਿਆ ਤੇ ਇਸ ਦੇ ਨਾਲ ਅਸੀਂ ਹੁਣ ਉਹਨਾਂ ਦੇ ਫਾਦਰ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ। ਕਹਿੰਦੇ ਕਿ ਧੀਆਂ ਤਾਂ ਮਾਪਿਆਂ ਦੇ ਸਿਰ ਦਾ ਤਾਜ ਹੁੰਦੀਆਂ ਨੇ। ਸੋ ਫਾਦਰ ਸਾਹਿਬ ਹਰਮਿਲਾਪ ਸਿੰਘ ਸਾਡੇ ਨਾਲ ਮੌਜੂਦ ਨੇ। ਸੋ ਅੰਕਲ ਜੀ, ਸਭ ਤੋਂ ਪਹਿਲਾਂ ਤਾਂ ਇਹ ਕਿ ਬੜੇ ਭਾਗਾਂ ਵਾਲੇ ਹੋ ਤੁਸੀਂ ਕਿ ਇੱਕ ਧੀ ਜਦੋਂ ਜਨਮੀ ਸੀ ਘਰ ਦੇ ਵਿੱਚ, ਤੇ ਉਦੋਂ ਦਾ ਮਾਹੌਲ ਕਿਵੇਂ ਦਾ ਸੀਗਾ? ਮੈਂ ਤਾਂ ਸੁੱਖ ਕੇ ਲਈ ਤੀ ਜੀ ਇਹ, ਕਿਉਂਕਿ ਉਦੋਂ ਜਦੋਂ ਇਹਦਾ 99 ਦੇ ਵਿੱਚ ਡੇਟ ਹੋਇਆ ਇਹਦਾ, ਉਦੋਂ ਮੈਂ ਕਸਮ ਨਾਲ ਮੈਂ ਗੁਰਦੁਆਰੇ ਸੁੱਖੀ ਤੀ ਵੀ ਮੇਰੇ ਇੱਕ ਬੇਟੀ ਹੋ ਜੇ, ਵੀ ਹੋਵੇ ਵੀ ਤਾਂ ਮੁੰਡੇ ਵਰਗੀ ਹੀ ਹੋਵੇ। ਸੁੱਖ ਕੇ ਲਈ ਹੈ ਜੀ। ਤੇ ਫਿਰ ਰੱਬ ਨੇ ਤੁਹਾਡੀ ਸੁਣ ਲਈ ਹੈ ਨਾ। ਸੋ ਧੀਆਂ ਪੁੱਤਾਂ ਵਰਗੀ ਧੀ ਤੁਹਾਨੂੰ ਮਿਲ ਗਈ ਹੈ ਤੇ ਹੁਣ ਖੇਤਾਂ 'ਚ ਤੁਹਾਡਾ ਹੱਥ ਵੀ ਵਟਾਉਂਦੀ ਹੈ। ਹਾਂਜੀ ਹਾਂਜੀ, ਹੱਥ ਵਟਾਉਂਦੀ ਹੈ ਜੀ, ਪੂਰਾ ਕੰਮ ਕਰਾਉਂਦੀ ਹੈ ਮੇਰੇ ਨਾਲ। ਤੇ ਮੈਨੂੰ ਤਾਂ ਕੋਈ ਚੱਕਰ ਹੀ ਨਹੀਂ ਹੈਗਾ, ਮੈਨੂੰ ਤਾਂ ਇਹ ਵੀ ਮੇਰੇ 2 ਬੇਟੇ ਨੇ ਤੇ ਖੇਤ ਕੰਮ ਕਰ ਲੈਂਦੀ ਹੈ, ਮੈਂ ਘਰ ਦਾ ਕਰ ਲੈਣਾ, ਕੋਈ ਕਈ ਵਾਰੀ ਆਪ ਵੀ ਚਲਾ ਲੈਣਾ ਟਰੈਕਟਰ। ਔਰ ਹੁਣ ਖੇਤੀ ਦੇ ਕੰਮ ਤਾਂ ਇੰਨੇ ਕਿਹੜੇ ਨੇ ਜੀ, ਟਰੈਕਟਰਾਂ ਦੇ ਨੇ ਮਾੜੇ ਮੋਟੇ, ਹੋਰ ਸਾਰੇ ਨੇ ਉਹਨੇ ਕੰਮ ਇਹ ਕਰ ਲੈਂਦੀ ਹੈ। ਸੋ ਜਿੱਦਾਂ ਤੁਸੀਂ ਆਂਢ ਗਵਾਂਢ ਵਾਲੇ ਕੀ ਕਹਿੰਦੇ ਹੁੰਦੇ ਆ ਕਿ ਹਾਂਜੀ ਕਿ ਇੱਕ ਬੇਟੀ ਨੂੰ ਖੇਤਾਂ 'ਚ ਲਾਇਆ ਹੋਇਆ ਵਾ, ਕਦੇ ਕਿਸੇ ਨੇ ਕੁਝ ਕਿਹਾ ਜਾਂ ਪਿੰਡ ਦੇ ਲੋਕਾਂ ਨੇ ਕੁਝ ਕਿਹਾ ਤੁਹਾਨੂੰ ਕਦੇ? ਨਹੀਂ ਜੀ, ਉਹਦਾ ਪਿਆਰ ਦਿੰਦੇ ਨੇ, ਸਮਾਂ ਬਹੁਤ ਹੌਸਲਾ ਦਿੰਦੇ ਨੇ, ਕਦੇ ਕਿਸੇ ਨੇ ਇਸ ਤਰ੍ਹਾਂ ਦਾ ਨਹੀਂ ਕਿਹਾ। ਖੈਰ ਉਹਨਾਂ ਨੂੰ ਨੇਚਰ ਲੋਕਾਂ ਨੂੰ ਪਤਾ ਜੀ ਵੀ ਇਹ ਕੁੜੀ ਇਹਨਾਂ ਦੇ ਪਹਿਲਾਂ ਤੋਂ ਨਾਲ ਹੈ, ਉਹਨਾਂ ਦਾ ਉਹੋ ਜਿਹਾ ਹੀ ਮਤਲਬ ਕਿ ਸੁਭਾਅ ਜਿਹਾ ਹੋ ਗਿਆ ਵੀ ਹਾਂ ਕੁੜੀ ਨਾਲ ਹੈ। ਜੇ ਆਪਾਂ ਅਚਾਨਕ ਲੈ ਕੇ ਜਾਈਏ ਕਿਤੋਂ ਤਾਂ ਫੇਰ ਅਗਲੇ ਨੂੰ ਚੰਬਾ ਜਿਹਾ ਹੋ ਜਾਂਦਾ ਵੀ ਇਹ ਕੁੜੀ ਕਿੱਧਰੋਂ ਕੱਢ ਲਈ। ਉਹਨਾਂ ਨੂੰ ਛੋਟੇ ਹੁੰਦਿਆਂ ਨੂੰ ਸਾਡੇ ਨਾਲ ਰਹਿੰਦੀ ਕਰਕੇ ਬਸ ਉਹਨਾਂ ਨੂੰ ਪਤਾ ਹੀ ਸੀਗਾ ਵੀ ਇਹ ਕੁੜੀ ਨਾਲ ਰਹਿੰਦੀ ਹੈ ਪਹਿਲਾਂ ਤੋਂ ਛੋਟੀ ਹੁੰਦੀ। ਸੋ ਤੁਸੀਂ ਹੀ ਟਰੈਕਟਰ ਚਲਾਉਣਾ ਸਿਖਾਇਆ ਮੈਨੂੰ? ਹਾਂਜੀ, ਮੈਂ ਸਿਖਾਤੀ ਤੀ। ਇਹ ਛੋਟੀ ਹੁੰਦੀ ਮੇਰੇ ਨਾਲ ਵਗ ਜਾਂਦੀ ਤੀ। ਉਦੋਂ ਬਾਅਦ ਜਦੋਂ ਇਹਦੇ ਪੈਰ ਪੂਰ ਜਿਹੇ ਆਉਣ ਲੱਗੇ, ਥੋੜੀ ਜਿਹੀ ਵੱਡੀ ਹੋ ਗਈ ਤੇ ਮੈਂ ਗੇਅਰ ਗੂਰ ਜੇ ਪਾ ਕੇ ਟਰੈਕਟਰ ਤੇ ਫੜਾ ਤੇ। ਅੱਜ ਕੱਲ੍ਹ ਟਰੈਕਟਰ ਪਾਵਰ ਸਟੀਅਰਿੰਗ ਨੇ ਜੀ, ਸਾਰਾ ਕੁਝ ਸੌਖਾ ਚਲਾਉਣਾ ਤੇ ਸਿੱਖ ਗਈ। ਹੁਣ ਕੋਈ 3 ਕੁ ਸਾਲ ਤੋਂ ਸਾਡੇ ਨਾਲ ਖੇਤ ਖੂਤ ਦਾ ਪੂਰਾ ਵਧੀਆ ਕੰਮ ਕਰਾਉਂਦੀ ਹੈ। ਜਦੋਂ ਬਾਹੀ ਬੂਹੀ ਕਰਨੀ ਹੁੰਦੀ ਹੈ ਜਾਂ ਕੱਦੂ ਕੁਝ ਵੀ ਕਣਕ ਬੀਜਣੀ ਹੈ ਜਾਂ ਕੋਈ ਵੀ ਕੰਮ ਕਰਨਾ ਤਾਂ ਸਾਡੇ ਨਾਲ ਹੀ ਹੁੰਦੀ ਹੈ। ਸੋ ਗੱਲ ਕਰ ਲੈਣੇ ਕਿ ਜਦੋਂ ਮੈਂ ਸਵਾਲ ਕਰ ਰਹੀ ਸੀ ਅਮਨ ਨੂੰ ਕਿ ਮਾਪਿਆਂ ਦਾ ਘਰ ਛੱਡ ਕੇ ਤਾਂ ਜਾਣਾ ਹੀ ਪੈਂਦਾ ਧੀਆਂ ਨੂੰ, ਤੁਸੀਂ ਉਦੋਂ ਇਮੋਸ਼ਨਲ ਹੋ ਗਏ ਸੀਗੇ ਤੇ ਧੀ ਤਾਂ ਤੋਰਨੀ ਹੁੰਦੀ ਹੈ ਮਾਪਿਆਂ ਨੇ। ਉਹ ਫਿਰ ਮੈਨੂੰ ਤਾਂ ਪਤਾ ਹੀ ਉਦੋਂ ਲੱਗਿਆ ਨਾ ਜੀ, ਜਦੋਂ ਤੁਸੀਂ ਸਵਾਲ ਕਰਿਆ ਵੀ ਹਾਂ ਇਹ ਤਾਂ ਬਗਾਨਾ ਧਨ ਹੈ। ਤੇ ਉਦੋਂ ਪਹਿਲਾਂ ਤਾਂ ਕਿਤੇ ਸਾਡੇ ਤਾਂ ਮਾਈਂਡ 'ਚ ਹੀ ਨਹੀਂ ਆਇਆ ਹੈਗਾ ਵੀ ਇਹ ਬਗਾਨੀ ਹੈ। ਸਾਨੂੰ ਤਾਂ ਇਹ ਵੀ ਸਾਡੇ 2 ਮੁੰਡੇ ਨੇ, ਤੀਜੀ ਇਹ ਹੈ ਵੀ ਅਸੀਂ ਨਾਲ ਤੁਰੇ ਫਿਰਦੇ ਹਾਂ ਸਾਰੇ। ਜਦੋਂ ਤੁਸੀਂ ਸਵਾਲ ਕਰਿਆ ਮੇਰੇ ਉਦੋਂ ਦਿਮਾਗ 'ਚ ਆਈ ਗੱਲ ਵੀ ਇਹ ਤਾਂ ਬਗਾਨਾ ਹੈ ਯਾਰ, ਇਹ ਤਾਂ ਜਾਣਾ ਪਊ। ਫਿਰ ਮੇਰੇ ਦਿਮਾਗ 'ਚ ਥੋੜੀ ਜਿਹੀ ਗੱਲ ਵੀ ਹਾਂ। ਸੋ ਬਿਲਕੁਲ ਜੀ, ਤੁਸੀਂ ਬੜੇ ਕਰਮਾਂ ਵਾਲੇ ਹੋ, ਭਾਗਾਂ ਵਾਲੇ ਹੋ ਤੇ ਨਾਲ ਦੀ ਨਾਲ ਤੁਹਾਡੇ ਵਰਗੇ ਮਾਪੇ ਹਰ ਧੀ ਨੂੰ ਜੇ ਮਿਲਣ ਤਾਂ ਮੈਂ ਕਹਿੰਨੀ ਕਿ ਕੋਈ ਵੀ ਧੀ ਕਦੇ ਕੁੱਖ 'ਚ ਨਹੀਂ ਮਰੇਗੀ। ਤੇ ਧੀਆਂ ਜਿਹੜੀਆਂ ਨੇ ਜਨਮ ਵੀ ਲੈਣਗੀਆਂ ਹਰ ਘਰ ਦੇ ਵਿੱਚ ਤੇ ਨਾਲ ਦੀ ਨਾਲ ਇਸੇ ਤਰ੍ਹਾਂ ਮਾਪਿਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਵੀ ਖੜਨਗੀਆਂ। ਹਾਂਜੀ, ਜਿਹੜੇ ਮਾਪੇ ਇਹ ਕਰਦੇ ਨੇ ਨਾ ਗਲਤ ਹੈ। ਉਹ ਬੱਚੇ ਨੂੰ ਜਨਮ ਦਵਾ ਕੇ ਤਾਂ ਦੇਖਣ ਜੀ, ਉਦੋਂ ਬਾਅਦ ਉਹਨਾਂ ਨੂੰ ਗੁੱਡੀਆਂ ਨੂੰ ਨਾਲ ਲਿਆ ਕੇ ਦੇਖਣ ਆਪਣੇ ਕੰਮ ਤੇ। ਕਿਸੇ ਜਿਹਾ ਵੀ ਕੰਮ ਹੈ ਉਹਨੂੰ ਕੰਮ ਦੇ ਵਿੱਚ ਨਾਲ ਲੈ ਕੇ ਜਾਓ, ਉੱਥੇ ਪਤਾ ਲੱਗੂਗਾ ਵੀ ਇਹ ਮੁੰਡਾ ਇੱਕ ਕੁੜੀ ਹੈ। ਉੱਥੇ ਸ਼ੋਅ ਕਰੂਗੀ ਕੁੜੀ ਵੀ ਹਾਂ ਮੈਂ ਕੁੜੀ ਨਹੀਂ, ਮੈਂ ਮੁੰਡਾ ਹੀ ਹਾਂ। ਜੀ ਬਿਲਕੁਲ ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਨ ਸਾਡੇ ਨਾਲ ਅਮਨਦੀਪ ਦੇ ਫਾਦਰ ਸਾਹਿਬ ਤੇ ਅਸੀਂ ਤੁਹਾਨੂੰ ਖੇਤਾਂ ਦੇ ਵਿੱਚ ਪੂਰਨ ਤੌਰ ਤੇ ਅਮਨਦੀਪ ਦਾ ਹਰ ਇੱਕ ਕਾਰਜ ਦਿਖਾ ਦਿੱਤਾ ਹੈ ਕਿ ਕਿਸ ਤਰ੍ਹਾਂ ਆਪਣੇ ਬਾਪ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜਦੀ ਹੈ। ਜੀਪ ਤੱਕ ਵੀ ਅਮਨ ਚਲਾਉਂਦੀ ਹੈ, ਵਾਹੀ ਵੀ ਕਰਦੀ ਹੈ, ਹਰ ਇੱਕ ਪੂਰਨ ਤੌਰ ਤੇ ਪੂਰਾ ਕੰਮ ਜਿਹੜਾ ਖੇਤੀ ਦਾ ਸਾਂਭ ਰੱਖਿਆ ਹੈ। ਸੋ ਜੇਕਰ ਹਰ ਮਾਪਿਆਂ ਦੀ ਸੋਚ ਇਸ ਤਰ੍ਹਾਂ ਹੋਵੇ ਕਿ ਧੀਆਂ ਨੂੰ ਪੂਰਨ ਤੌਰ ਤੇ ਹੱਕ ਦਿੱਤਾ ਜਾਵੇ, ਨਾਲ ਜਨਮ ਲੈਣ ਦਾ ਹੱਕ ਦਿੱਤਾ ਜਾਵੇ, ਪੜ੍ਹਾਈ ਲਿਖਾਈ ਤੋਂ ਬਾਅਦ ਨੌਕਰੀਆਂ ਤੱਕ ਜੇਕਰ ਕਰਨ ਦਿੱਤੀਆਂ ਜਾਣ ਤਾਂ ਮੈਂ ਕਹਿੰਦੀ ਹਾਂ ਪੂਰਾ ਪੰਜਾਬ ਹੀ ਇੱਥੇ ਵਸਦਾ ਹੋਵੇ, ਰੰਗਲਾ ਪੰਜਾਬ ਫਿਰ ਤੋਂ ਰੰਗਲਾ ਬਣੇ ਤੇ ਕੋਈ ਵੀ ਧੀ ਜਾਂ ਪੁੱਤ ਬਾਹਰ ਜਾਣ ਬਾਰੇ ਸੋਚੇ ਨਾ। ਜੇਕਰ ਸਰਕਾਰਾਂ ਵੀ ਚੰਗੀਆਂ ਹੋਣ, ਨੌਕਰੀਆਂ ਇੱਥੇ ਮਿਲਦੀਆਂ ਹੋਣ, ਖੇਤਾਂ 'ਚ ਚੰਗੀ ਕਮਾਈ ਹੋਵੇ ਤਾਂ ਸਾਰੇ ਨੌਜਵਾਨ ਇਸੇ ਹੀ ਪੰਜਾਬ ਦੇ ਵਿੱਚ ਵਸਦੇ ਹੋਣਗੇ। ਸੋ ਹੁਣ ਤੁਹਾਡੇ ਤੋਂ ਅਸੀਂ ਲਵਾਂਗੇ ਆ ਗਿਆ। ਕੈਮਰਾਮੈਨ ਗਗਨ ਦੇ ਨਾਲ ਮਨਦੀਪ ਕੌਰ ਸੰਧੂ, ਸੰਗਰੂਰ।